छात्रा दे नाल जिनसी शोषण का जिक्र होंदा, प्रोफैसर का भी जिक्र होंदा, प्रोफैसर तलब किया जाता है तो आखिरकार प्रोफैसर का तबादला भी कर दिता जाता है। तुसीं भी प्रोफैसर रहे हो, किस तरीके नाल देखदे हो कि वाकई वो गुरु शिष्य वाला जिहड़ा होनो रिश्ता कि वो सब हुण खत्म हो गई चीज़ां? तो जिथे जिथे प्रोफैशनल कोर्सिज होणगे उत्थे जिहड़ी इंटरनल असैसमेंट का इशू होएगा उत्थे इहदे चांसिस थोड़े जे ज़्यादा रहिंदे आ। बच्चों नूं जिहड़ा हैगा वो इंटरनल असैसमेंट की अल्योरमेंट दे के जां उन्हां नूं टैरराइज करके इस तरह दी घटनावां दे चांसिस जिहड़े आ बन जाते हैं। ईवन मैं जिन्हां इंस्टीट्यूशन दे विच पढ़ाउंदा रहा उन्हां इंस्टीट्यूशन दे विच भी टीचर्स दे अगेंस्ट भी स्टूडेंट्स के प्रोटेस्ट आए हैं, गर्ल्स स्टूडेंट्स के, और कई बार उन्होंने जिहड़ियां एडमिनिस्ट्रेटिव ग्राउंड्स से बदलियां भी हुई ने। ये सब कुछ होने के बावजूद भी उस पर्टिकुलर टीचर के उत्ते कोई कार्रवाई नहीं हुई। नॉर्मली उन्होंने ट्रेंड ये होंदा कि यूनिवर्सिटी की छवि खराब होएगी, एडमिशन के उत्ते असर पएगा। ਉਹਨੂੰ प्रोटेक्ट करने की कोशिश करता, जिन्हें तो जिक्र भी किया, वो केस ਨੂੰ दबाने की कोशिश की जाती। आखिर क्यों? कि जेकर लोकल लैवल के उत्ते की गई कंप्लेंट जिहड़ी HOD ਨੂੰ ਦਿੱਤੀ हो सकती है, रजिस्ट्रार ਨੂੰ ਦਿੱਤੀ हो सकती है, ਜਾਂ वाइस चांसलर ਨੂੰ ਦਿੱਤੀ हो सकती है, उस दे उत्ते काफ़ी समय तो बाद कोई काम नहीं होया होगा ਤਾਂ ਹੀ ਉਸ ਜਿਹੜਾ ਹੈ ਵਿਦਿਆਰਥਣ ਨੇ ਪੰਜਾਬ ਦੇ ਚਾਂਸਲਰ ਜਾਂ ਗਵਰਨਰ ਸਾਹਿਬ ਨੂੰ ਇਹ ਚਿੱਠੀ ਜਿਹੜੀ ਹੈ ਲਿਖੀ ਆ। ਤੇ ਬੱਚੀ ਦੇ ਅੰਦਰ ਵੀ ਸ਼ਾਇਦ ਡਰ ਹੁੰਦਾ ਮਾਂ ਪਿਓ ਨੂੰ ਦੱਸਣ ਤੋਂ ਪਹਿਲਾਂ, ਕਿਤੇ ਮੇਰੇ ਕਰੀਅਰ ਹੀ ਦਾ ਉਹਦੇ ਤੇ ਕਿਤੇ ਲਕੀਰ ਹੀ ਨਾ ਕਿਤੇ ਚਲਾ ਦਿੱਤੀ ਜਾਏ ਇਸ ਪ੍ਰੋਫੈਸਰ ਵੱਲੋਂ। ਉਸ ਨੂੰ ਬਦਨਾਮੀ ਵਾਲਾ ਸ਼ਬਦ ਨਾ ਦਈਏ, ਉਸ ਦੇ ਨਾਲ ਖੜੀਏ, ਉਸ ਨੂੰ ਇਹ ਅਹਿਸਾਸ ਨਾ ਦਈਏ ਕਿ ਨਹੀਂ ਤੂੰ ਕੋਈ ਮਾੜਾ ਕੰਮ ਥੋੜਾ ਕੀਤਾ, ਤੇਰੇ ਨਾਲ ਮਾੜਾ ਹੋਇਆ, ਇਸ ਲਈ ਉਹਦੇ ਨਾਲ ਖੜਨਾ ਜ਼ਰੂਰੀ ਹੈ। ਵੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਇਹ ਚੀਜ਼ਾਂ ਬੰਦ ਕਿਉਂ ਨਹੀਂ ਹੋਈਆਂ, ਫਿਰ ਇਹ ਬੰਦ ਨਹੀਂ ਹੋਣੀਆਂ, ਕਿਉਂਕਿ 4 ਸਾਲ ਪਹਿਲਾਂ ਕੋਈ ਗੱਲ ਹੋਈ ਉਹ ਵਿੱਚ ਹੀ ਠੱਪ ਹੋ ਗਈ ਸੀ। ਉਹਨਾਂ ਨੂੰ ਪਤਾ ਵੀ ਇਹ ਗੱਲਾਂ ਜਿਹੜੀਆਂ ਗਾਹਾਂ ਅੱਗੇ ਤੱਕ ਤਾਂ ਜਾਂਦੀਆਂ ਨਹੀਂ ਸੀ, ਕਿਸੇ ਕਿਨਾਰੇ ਤਾਂ ਲੱਗਦੀਆਂ ਨਹੀਂ, ਇਸ ਕਰਕੇ ਉਹ ਫਿਰ ਮਿਸ ਐਡਵੈਂਚਰ ਦੂਜੀ ਵਾਰੀ, ਤੀਜੀ ਵਾਰੀ, ਚੌਥੀ ਵਾਰੀ ਵੀ ਰਿਪੀਟ ਹੋ ਸਕਦਾ। ਕਿਉਂਕਿ ਪੇਰੈਂਟਸ ਨੂੰ ਵੀ ਇਸ ਨੂੰ ਕ੍ਰੈਡਿਟ ਕਰਨਾ ਚਾਹੀਦਾ ਕਿ ਬੱਚੀ ਦੇ ਨਾਲ ਜੋ ਹੋਇਆ ਉਸਨੇ ਸਾਡੀ ਨੌਲੇਜ 'ਚ ਲਿਆਂਦਾ। ਜੇ ਨੌਲੇਜ ਦੇ ਵਿੱਚ ਨਾ ਲਿਆਂਦਾ ਹੁੰਦਾ ਤਾਂ ਬਹੁਤ ਸਾਰੀਆਂ ਤੁਹਾਨੂੰ ਯਾਦ ਹੋਏਗਾ ਕਿ ਬਹੁਤ ਸਾਰੀਆਂ ਬੱਚੀਆਂ ਆਤਮ ਘਾਤ ਵੀ ਕਰ ਲੈਂਦੀਆਂ ਨੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ, ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿਉਣ ਦਾ ਵੇ। ਜੀ ਹਾਂ, ਅੱਜ ਨਜ਼ਰ ਰਹੇਗੀ ਇੱਕ ਪੱਤਰ ਤੇ। ਪੱਤਰ ਜਿਹੜਾ ਬੇਨਾਮੀ ਸੀ, ਐਤਵਾਰ ਨੂੰ ਸੋਸ਼ਲ ਮੀਡੀਆ ਯਾਨੀ ਕਿ ਇੰਸਟਾਗ੍ਰਾਮ ਤੇ ਬਨਵਾਰੀ ਲਾਲ ਪ੍ਰੋਹਿਤ ਜੀ ਦੇ ਨਾਮ ਤੇ ਇੱਕ ਪੱਤਰ ਵਾਇਰਲ ਹੁੰਦਾ। ਪੱਤਰ ਦੇ ਵਿੱਚ PAU ਲੁਧਿਆਣਾ ਦੇ ਵਿੱਚ ਛਾਤਰਾ ਦੇ ਨਾਲ ਜਿਨਸੀ ਸ਼ੋਸ਼ਣ ਦਾ ਜ਼ਿਕਰ ਹੁੰਦਾ, ਪ੍ਰੋਫੈਸਰ ਦਾ ਵੀ ਜ਼ਿਕਰ ਹੁੰਦਾ। ਉਸ ਤੋਂ ਬਾਅਦ PAU ਦੇ ਵਿੱਚ ਹੜਕੰਪ ਮਚਣਾ ਲਾਜ਼ਮੀ ਸੀ। ਪ੍ਰੋਫੈਸਰ ਤਲਬ ਕੀਤਾ ਜਾਂਦਾ ਹੈ ਤੇ ਆਖਿਰਕਾਰ ਪ੍ਰੋਫੈਸਰ ਦਾ ਤਬਾਦਲਾ ਵੀ ਕਰ ਦਿੱਤਾ ਜਾਂਦਾ ਹੈ। ਪਰ ਇਹਦਾ ਹੱਲ ਕੀ ਹੈ ਕਿ ਬਸ ਇੰਨਾ ਹੀ ਬਹੁਤ ਹੈ? ਇਸੇ ਤੇ ਚਰਚਾ ਕਰਾਂਗੇ ਤੇ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ ਜਗਮੋਹਨ ਸਿੰਘ ਜੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਜਗਮੋਹਨ ਜੀ। ਧੰਨਵਾਦ ਸਰ। ਪ੍ਰੋਫੈਸਰ ਸਾਹਿਬ, ਪੱਤਰ ਜਿਹੜਾ ਇੱਕ ਵਾਇਰਲ ਹੁੰਦਾ, ਬੇਨਾਮੀ ਹੁੰਦਾ, ਪਰ ਨਾਮ ਬਨਵਾਰੀ ਲਾਲ ਪ੍ਰੋਹਿਤ ਜੀ ਦੇ ਨਾਮ ਤੇ ਹੁੰਦਾ ਤੇ ਜ਼ਿਕਰ ਉਹ ਯੂਨੀਵਰਸਿਟੀ ਦਾ ਕੀਤਾ ਜਾਂਦਾ ਕਿ ਉੱਥੇ ਕਿਸ ਤਰੀਕੇ ਨਾਲ ਇੱਕ ਘਟਨਾ ਨਹੀਂ, ਹੋਰ ਵੀ ਬੜੀਆਂ ਘਟਨਾਵਾਂ ਉਹਨਾਂ ਨੇ ਦਿੱਤੀਆਂ। ਹਾਲਾਂਕਿ ਕਮੇਟੀ ਬਿਠਾ ਦਿੱਤੀ ਗਈ ਹੈ ਕਿ ਜਿਨਸੀ ਸ਼ੋਸ਼ਣ ਹੁੰਦਾ ਹੈ। ਤੁਸੀਂ ਵੀ ਪ੍ਰੋਫੈਸਰ ਰਹੇ ਹੋ, ਕਿਸ ਤਰੀਕੇ ਨਾਲ ਦੇਖਦੇ ਹੋ ਕਿ ਵਾਕਈ ਉਹ ਗੁਰੂ ਸ਼ਿષ્य ਵਾਲਾ ਜਿਹੜਾ ਹੋਨੋ ਰਿਸ਼ਤਾ ਕਿ ਉਹ ਸਭ ਹੁਣ ਖਤਮ ਹੋ ਗਈਆਂ ਚੀਜ਼ਾਂ? ਸੁਰਿੰਦਰ ਸਿੰਘ ਜੀ, ਗੱਲ ਇਹ ਹੈਗੀ ਆ ਕਿ ਇਹ ਘਟਨਾਵਾਂ ਆਮ ਤੌਰ ਦੇ ਉੱਤੇ ਉਹਨਾਂ ਇੰਸਟੀਟਿਊਸ਼ਨਸ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਇੰਸਟੀਟਿਊਸ਼ਨਸ ਨੂੰ ਅਸੀਂ ਪ੍ਰੋਫੈਸ਼ਨਲ ਇੰਸਟੀਟਿਊਸ਼ਨਸ ਕਹਿੰਦੇ ਆ। ਜਿਸ ਤਰ੍ਹਾਂ ਇੰਜੀਨੀਅਰਿੰਗ ਟੈਕਨੋਲੋਜੀ ਦੇ ਕਾਲਜਿਸ ਹੋ ਗਏ, ਇੰਜੀਨੀਅਰਿੰਗ ਦੀਆਂ ਯੂਨੀਵਰਸਿਟੀਜ਼ ਹੋ ਗਈਆਂ, ਜਾਂ ਕੋਈ ਮੈਡੀਕਲ ਕਾਲਜਿਸ, ਮੈਡੀਕਲ ਯੂਨੀਵਰਸਿਟੀਜ਼, ਔਰ ਜਾਂ ਕੋਈ ਫਿਜ਼ੀਕਲ ਐਜੂਕੇਸ਼ਨ ਦੇ ਕਾਲਜਿਸ, ਨਰਸਿੰਗ ਕਾਲਜਿਸ, ਔਰ ਜਿਹੜੇ ਹੈਗੇ ਆ ਕੋਈ ਹੋਰ ਇਸ ਤਰ੍ਹਾਂ ਦੇ ਐਕਸਕਲੂਸਿਵ ਪ੍ਰੋਫੈਸ਼ਨਲ ਕਾਲਜਿਸ ਜਿਨ੍ਹਾਂ ਦੇ ਵਿੱਚ ਇੰਟਰਨਲ ਅਸੈਸਮੈਂਟ ਬਹੁਤ ਜ਼ਿਆਦਾ ਹੁੰਦੀ ਹੈ। ਖਾਸ ਤੌਰ ਦੇ ਉੱਤੇ ਜਿਵੇਂ PAU ਤੁਸੀਂ ਦੱਸ ਰਹੇ ਹੋ, ਇੱਕ ਐਗਰੀਕਲਚਰ ਦੀ ਸਪੈਸੀਫਿਕ ਯੂਨੀਵਰਸਿਟੀ ਆ, ਜਾਂ ਵੈਟਰਨਰੀ ਯੂਨੀਵਰਸਿਟੀ ਆ, ਜਾਂ ਹੋਰ ਆ। ਤੋ ਜਿੱਥੇ ਜਿੱਥੇ ਪ੍ਰੋਫੈਸ਼ਨਲ ਕੋਰਸਿਸ ਹੋਣਗੇ ਉੱਥੇ ਜਿਹੜੀ ਇੰਟਰਨਲ ਅਸੈਸਮੈਂਟ ਦਾ ਇਸ਼ੂ ਹੋਏਗਾ, ਉੱਥੇ ਇਹਦੇ ਚਾਂਸਿਸ ਥੋੜ੍ਹੇ ਜਿਹੇ ਜ਼ਿਆਦਾ ਰਹਿੰਦੇ ਆ, ਕਿਉਂਕਿ ਬੱਚਿਆਂ ਨੂੰ ਜਿਹੜਾ ਹੈਗਾ ਉਹ ਇੰਟਰਨਲ ਅਸੈਸਮੈਂਟ ਦੀ ਅਲਿਓਰਮੈਂਟ ਦੇ ਕੇ
ਜਾਂ ਉਹਨਾਂ ਨੂੰ ਟੈਰਰਿਸ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਚਾਂਸਸ ਜਿਹੜੇ ਆ ਉਹ ਬਣ ਜਾਂਦੇ ਆ। ਵੈਸੇ ਤਾਂ ਹੁਣ ਇੰਟਰਨਲ ਅਸੈਸਮੈਂਟ ਹਰ ਆਰਟਸ ਕਾਲਜ ਦੇ ਵਿੱਚ ਹੀ, ਯੂਨੀਵਰਸਿਟੀ ਦੇ ਇਸ ਤਰ੍ਹਾਂ ਦੇ ਸਿਲੇਬਸ ਨੇ ਕਿ ਉਹਨਾਂ ਨੇ 20-20 25-25 ਨੰਬਰਾਂ ਦੀ ਇੰਟਰਨਲ ਜਿਹੜੀ ਹੈਗੀ ਆ ਉਹ ਸਾਰੇ ਹੀ ਕਾਲਜਸ ਦੇ ਵਿੱਚ ਹੋ ਗਈ ਹੈ। ਪਰ ਪ੍ਰੋਫੈਸ਼ਨਲ ਕਾਲਜਸ ਦੇ ਵਿੱਚ ਕੁਝ ਜ਼ਿਆਦਾ ਹੈਗੇ ਆ, ਕੁਝ ਇੰਟਰਨਸ਼ਿਪਸ ਵਗੈਰਾ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਅੰਡਰ ਪ੍ਰੈਸ਼ਰ ਜਿਹੜੇ ਆ ਸਟੂਡੈਂਟਸ ਨੂੰ ਜਿਹੜੇ ਆ ਕਰ ਲੈਂਦੇ ਆ। ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਤੌਰ ਦੇ ਉੱਤੇ ਪਿਛਲੇ ਕਈ ਸਾਲਾਂ ਤੋਂ ਮੇਰੇ ਧਿਆਨ ਦੇ ਵਿੱਚ ਆਉਂਦੀਆਂ ਰਹੀਆਂ ਨੇ। ਈਵਨ ਮੈਂ ਜਿਨ੍ਹਾਂ ਇੰਸਟੀਟਿਊਸ਼ਨ ਦੇ ਵਿੱਚ ਪੜ੍ਹਾਉਂਦਾ ਰਿਹਾ ਉਹਨਾਂ ਇੰਸਟੀਟਿਊਸ਼ਨ ਦੇ ਵਿੱਚ ਵੀ ਟੀਚਰਸ ਦੇ ਅਗੇਂਸਟ ਵੀ ਸਟੂਡੈਂਟਸ ਦੇ ਪ੍ਰੋਟੈਸਟ ਆਏ ਆ, ਗਰਲ ਸਟੂਡੈਂਟਸ ਦੇ, ਔਰ ਕਈ ਵਾਰੀ ਉਹਨਾਂ ਦੇ ਜਿਹੜੀਆਂ ਐਡਮਿਨਿਸਟ੍ਰੇਟਿਵ ਗਰਾਊਂਡਸ ਤੇ ਬਦਲੀਆਂ ਵੀ ਹੋਈਆਂ ਨੇ ਗਵਰਨਮੈਂਟ ਕਾਲਜਸ ਦੇ ਵਿੱਚ। ਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੂੰ ਇੱਕ ਤਰੀਕੇ ਦਾ ਇੱਕ ਆਈ ਵਾਸ਼ ਜਾਂ ਕਰਕੇ ਜਾਂ ਕੰਪਰੋਮਾਈਜ਼ ਜਾਂ ਕੋਈ ਅਰਾਈਵ ਕਰਕੇ ਉਸ ਦਾ, ਜਾਂ ਕੋਈ ਹੋਰ ਇਸ ਤਰ੍ਹਾਂ ਦੀ ਛੋਟੀ ਮੋਟੀ ਜੀ ਚੀਜ਼ ਕਰਕੇ ਉਸ ਨੂੰ ਨਿਬੇੜ ਦਿੱਤਾ ਜਾਂਦਾ ਰਿਹਾ। ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਹੁੰਦੀਆਂ ਨੇ। ਜਾਂ ਕਈ ਵਾਰੀ ਇਸ ਤਰ੍ਹਾਂ ਵੀ ਹੋਇਆ, ਮੇਰੇ ਕੋਲ ਡਾਕੂਮੈਂਟਸ ਵੀ ਪਏ ਆ, ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਉਸ ਪਾਰਟਿਕੂਲਰ ਟੀਚਰ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਨਤੀਜਾ ਉਸ ਦਾ ਇਹ ਹੁੰਦਾ ਕਿ ਬਾਰ-ਬਾਰ ਰੈਪੀਟੇਟਿਵਲੀ ਉਸੇ ਇੰਸਟੀਟਿਊਸ਼ਨ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਵਾਪਰਦੀਆਂ ਰਹਿੰਦੀਆਂ ਨੇ, ਕਿਉਂਕਿ ਜਿਹੜਾ ਟੌਪ ਫੰਕਸ਼ਨਰੀ ਆ ਜੇ ਕਾਲਜ ਹੈਗਾ ਉਸ ਦਾ ਜਿਹੜਾ ਪ੍ਰਿੰਸੀਪਲ ਹੈਗਾ ਜਾਂ ਕੋਈ ਯੂਨੀਵਰਸਿਟੀ ਦੇ ਵਾਈਸ ਚਾਂਸਲਰਸ ਹੈਗੇ ਆ, ਨਾਰਮਲੀ ਉਹਨਾਂ ਦਾ ਟ੍ਰੈਂਡ ਇਹ ਹੁੰਦਾ ਕਿ ਯੂਨੀਵਰਸਿਟੀ ਦੀ ਛਵੀ ਖਰਾਬ ਹੋਏਗੀ, ਐਡਮਿਸ਼ਨ ਦੇ ਉੱਤੇ ਅਸਰ ਪਏਗਾ, ਉਹਨਾਂ ਦੇ ਆਪਣੇ ਪ੍ਰਸ਼ਾਸਨਿਕ ਜਿਹੜੀ ਹੈਗੀ ਆ ਕੰਪੀਟੈਂਸ ਉਹਨਾਂ ਦੇ ਉੱਤੇ ਵੀ ਕੁਐਸਚਨ ਉੱਠਣੇ ਸ਼ੁਰੂ ਹੋ ਜਾਂਦੇ ਆ। ਇਸ ਕਰਕੇ ਕੋਸ਼ਿਸ਼ ਇਹ ਕੀਤੀ ਜਾਂਦੀ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜੇ ਕੋਈ ਇਹ ਮਸਲਾ ਅਨੈਤਿਕ ਜਾਂ ਉੱਭਰਿਆ ਆ, ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਹੈ ਸੌਰਟ ਆਊਟ ਕੀਤਾ ਜਾਵੇ ਜਾਂ ਇਸ ਨੂੰ ਸਪਰੈਸ ਕੀਤਾ ਜਾਵੇ ਜਾਂ ਬੱਚੇ ਦੇ ਕੋਲੋਂ ਮਾਫੀ ਮੰਗਵਾ ਦਿੱਤੀ ਜਾਵੇ। ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਹੀ ਇਸ ਨੂੰ ਡਿਲੂਟ ਕੀਤਾ ਜਾਂਦਾ ਰਿਹਾ। ਪਰ ਲਾਅ ਦੇ ਮੁਤਾਬਕ ਸਟ੍ਰਿਕਟਲੀ ਇਸ ਦੇ ਉੱਤੇ ਕਦੇ ਵੀ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਵਿੱਚ ਮੈਂ ਕਾਰਵਾਈ ਹੁੰਦੀ ਘੱਟ ਹੀ ਦੇਖੀ। ਸੁਰਿੰਦਰ ਜੀ ਬਿਲਕੁਲ। ਉਧਰੋਂ ਵੀਸੀ ਡਾਕਟਰ ਗੋਸਲ ਜੀ ਕਹਿ ਰਹੇ ਨੇ, ਕਹਿੰਦੇ ਕਿ ਜ਼ੀਰੋ ਟੋਲਰੈਂਸ ਹੈ। ਮੈਨੂੰ ਇੱਕ ਗੱਲ ਦੱਸੋ ਜਗਮੋਹਨ ਜੀ, ਮੈਂ ਸ਼ਿਕਾਇਤ ਕੀਤੀ, ਇਹ ਨਹੀਂ ਕਿ ਮਤਲਬ ਸਿੱਧਾ ਬਨਵਾਰੀ ਲਾਲ ਜੀ ਨੂੰ ਸ਼ਿਕਾਇਤ ਕਰ ਦਿੱਤੀ, ਉਹਨਾਂ ਨੇ ਅੱਕਿਆ ਹੋਇਆ ਨੇ ਉਹ ਕਦਮ ਚੱਕਿਆ। ਦਿੱਕਤ ਸਭ ਤੋਂ ਵੱਡੀ ਇਹੀ ਹੈ ਕਿ ਸਟੂਡੈਂਟ ਜਦੋਂ ਵੀ ਪ੍ਰੋਫੈਸਰ ਬਾਰੇ ਜਿਸ ਨੂੰ ਸ਼ਿਕਾਇਤ ਕਰਦਾ ਹੈ, ਆਖਰਕਾਰ ਉਹ ਉਸ ਨੂੰ ਆਪਦਾ ਬੱਚਾ ਨਹੀਂ ਸਮਝਦਾ, ਉਹਨੂੰ ਉਹ ਕੁਲੀਗ ਦਿਖਣ ਲੱਗ ਜਾਂਦਾ ਹੈ ਕਿ ਇਹ ਤਾਂ ਮੇਰੇ ਕੁਲੀਗ ਬਾਰੇ ਗੱਲ ਹੋ ਰਹੀ ਹੈ। ਉਹਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ, ਜਿੰਦਾ ਤੁਸੀਂ ਜ਼ਿਕਰ ਵੀ ਕੀਤਾ, ਉਹ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਖਰ ਕਿਉਂ ਇਹੋ ਜਿਹੀਆਂ ਚੀਜ਼ਾਂ? ਤੁਸੀਂ ਦੇਖੋ ਵੀ ਅੱਜ ਜੇ ਸੋਸ਼ਲ ਮੀਡੀਆ ਨਾ ਹੁੰਦਾ ਜਗਮੋਹਨ ਜੀ ਤਾਂ ਇਸ ਕੇਸ ਦਾ ਕੀ ਬਣਨਾ ਸੀ ਜੀ? ਜੇ ਆਪਾਂ ਇਸ ਪਾਰਟਿਕੂਲਰ ਕੇਸ ਨੂੰ ਥੋੜਾ ਜਿਹਾ ਬੈਠੇ ਤਾਂ ਆਪਾਂ ਡਿਸਟੈਂਸ ਦੇ ਉੱਤੇ ਹੀ ਹੈਗੇ ਆ ਕਿ ਡਾਕੂਮੈਂਟਰੀ ਲੈਵਲ ਜਾਂ ਹਰ ਚੀਜ਼ ਸਾਡੇ ਕੋਲ ਅਵੇਲੇਬਲ ਨਹੀਂ, ਪਰ ਸਰਕਮਸਟੈਂਸਸ ਪ੍ਰੀਵੇਲਿੰਗ ਜੋ ਹੈਗੇ ਆ, ਜੇ ਉਸ ਤੋਂ ਜਾਣਨ ਤੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੇਕਰ ਲੋਕਲ ਲੈਵਲ ਦੇ ਉੱਤੇ ਕੀਤੀ ਗਈ ਕੰਪਲੇਂਟ ਜਿਹੜੀ ਐਚਓਡੀ ਨੂੰ ਦਿੱਤੀ ਹੋ ਸਕਦੀ ਆ, ਰਜਿਸਟਰਾਰ ਨੂੰ ਦਿੱਤੀ ਹੋ ਸਕਦੀ ਹੈ ਜਾਂ ਵਾਈਸ ਚਾਂਸਲਰ ਨੂੰ ਦਿੱਤੀ ਹੋ ਸਕਦੀ ਹੈ, ਉਸ ਦੇ ਉੱਤੇ ਕਾਫੀ ਸਮੇਂ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਹੋਊਗਾ, ਤਾਂ ਹੀ ਉਸ ਜਿਹੜਾ ਹੈ ਵਿਦਿਆਰਥਣ ਨੇ ਪੰਜਾਬ ਦੇ ਚਾਂਸਲਰ ਜਾਂ ਗਵਰਨਰ ਸਾਹਿਬ ਨੂੰ ਇਹ ਚਿੱਠੀ ਜਿਹੜੀ ਹੈ ਲਿਖੀ ਹੈ। ਦੂਜੀ ਗੱਲ, ਉਸ ਨੂੰ ਇਹ ਪਤਾ ਹੋਏਗਾ ਕਿ ਮੇਰਾ ਕੈਰੀਅਰ ਵੀ ਕਿਸੇ ਡਰ ਦੇ ਵਿੱਚ ਆ ਜਾਂ ਮੇਰੇ ਕੈਰੀਅਰ ਦਾ ਨੁਕਸਾਨ ਹੋ ਸਕਦਾ, ਇਸੇ ਕਾਰਨ ਉਸਨੇ ਆਪਣਾ ਨਾਮ ਨਹੀਂ ਲਿਖਿਆ। ਇਸੇ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਵਿਦਿਆਰਥਣ ਨੇ, ਸਟੂਡੈਂਟਸ ਨੇ, ਗਰਲ ਸਟੂਡੈਂਟਸ, ਉਹ ਆਪਣਾ ਨਾਮ ਨਹੀਂ ਲਿਖਦੇ, ਇੱਕ ਕਲੈਕਟਿਵ ਚਿੱਠੀ ਪਾ ਦਿੰਦੇ ਆ ਅਵੇਅਰ ਕਰਨ ਦੇ ਲਈ। ਲੇਕਿਨ ਜੇ ਲੋਕਲ ਲੈਵਲ ਦੇ ਉੱਤੇ ਉਸ ਨੂੰ ਇਨਸਾਫ ਮਿਲਿਆ ਹੁੰਦਾ ਜਾਂ ਉਸ ਦੀ ਪੱਤਰ ਦੇ ਉੱਤੇ ਕਾਰਵਾਈ ਕੀਤੀ ਗਈ ਹੁੰਦੀ ਤਾਂ ਸ਼ਾਇਦ ਉਹ ਸਾਡੇ ਮਾਨਯੋਗ ਗਵਰਨਰ ਸਾਹਿਬ ਨੂੰ ਇਹ ਚਿੱਠੀ ਨਾ ਵੀ ਪਾਉਂਦੇ। ਤਾਂ ਮੋਸਟਲੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਯੂਨੀਵਰਸਿਟੀ ਦੀ ਛਵੀ ਦਾ ਸਵਾਲ ਆ ਜਾਂ ਟੌਪ ਫੰਕਸ਼ਨਰੀ ਆ ਉਹਦੀ ਪ੍ਰਸ਼ਾਸਨਿਕ ਯੋਗਤਾ ਦਾ ਸਵਾਲ ਆ, ਸੰਬੰਧਿਤ ਟੀਚਰ ਦੇ ਕੈਰੀਅਰ ਦਾ ਸਵਾਲ ਆ, ਇਸ ਸਾਰੇ ਸਵਾਲਾਂ ਦੇ ਅੱਗੇ ਉਸ ਵਿਦਿਆਰਥਣ ਦੇ ਨਾਲ ਜੋ ਦੁਰਵਿਵਹਾਰ ਹੁੰਦਾ ਉਹ ਸਾਰਾ ਕੁਝ ਦਬਾ ਦਿੱਤਾ ਜਾਂਦਾ ਜਾਂ ਦਬ ਕੇ ਰਹਿ ਜਾਂਦਾ ਤੇ ਉਸ ਦੇ ਉੱਤੇ ਕੋਈ ਬਹੁਤੀ ਕਾਰਵਾਈ ਕਦੇ ਵੀ ਕਿਸੇ ਐਜੂਕੇਸ਼ਨ ਸੰਸਥਾ ਦੇ ਵਿੱਚ ਘੱਟ ਹੀ ਹੋਈ ਹੈ। ਦੂਸਰੀ ਗੱਲ ਮੈਂ ਇਹ ਕਹਿ ਰਿਹਾ ਕਿ ਜਿਹੜਾ ਸੈਕਸ਼ੂਅਲ ਹਰਾਸਮੈਂਟ ਐਟ ਵਰਕ ਪਲੇਸ ਐਕਟ ਹੈਗਾ, ਉਸ ਐਕਟ ਦੇ ਤਹਿਤ ਸਾਰੇ ਜਿਹੜੇ ਪ੍ਰਬੰਧਕੀ ਇਕਾਈਆਂ ਨੇ ਉਹਨਾਂ ਦੇ ਵਿੱਚ ਜਾਂ ਤਾਂ ਇੰਟਰਨਲ ਜਿਹੜੀ ਕੰਪਲੇਂਟ ਕਮੇਟੀ ਫਾਰਮ ਕੀਤੀ ਹੁੰਦੀ ਆ ਔਰ ਉਸ ਦਾ ਵੇਰਵਾ ਆਮ ਤੌਰ ਦੇ ਉੱਤੇ ਜਿਹੜਾ ਸਾਡਾ ਪ੍ਰੋਸਪੈਕਟਸ ਹੁੰਦਾ ਉਸ ਦੇ ਵਿੱਚ ਵੀ ਦਿੱਤਾ ਜਾਂਦਾ। ਉਸ ਦੀ ਜਿਹੜੀ ਕਮੇਟੀ ਦੀ ਫਾਰਮੇਸ਼ਨ ਆ ਉਹਦੇ ਵਿੱਚ ਜਿਹੜਾ ਚੇਅਰਮੈਨ ਹੋਏਗਾ ਉਹ ਇੱਕ ਔਰਤ ਮਹਿਲਾ ਟੀਚਰ ਹੀ ਹੋਏਗੀ ਜਿਹੜੀ ਚੇਅਰਪਰਸਨ ਹੋਏਗੀ। 2 ਹੋਰ ਅਜੇ ਅਧਿਆਪਕ ਹੋਣਗੇ ਜਿਹੜੇ ਜਾਂ ਤਾਂ ਲਾਅ ਦਾ ਗਿਆਨ ਰੱਖਦੇ ਆ ਜਾਂ ਸੋਸ਼ਲ ਵਰਕ ਦਾ ਗਿਆਨ ਰੱਖਦੇ ਆ, ਤੇ ਇੱਕ ਨੁਮਾਇੰਦਾ ਹੋਏਗਾ ਜਿਹੜਾ ਆਪਣਾ ਕੋਈ ਸੋਸ਼ਲ ਆਰਗੇਨਾਈਜੇਸ਼ਨ ਹੈਗੀ ਆ ਜਾਂ ਵਿਮਨ ਨਾਲ ਸੰਬੰਧਿਤ ਕੰਮ ਕਰਨ ਵਾਲੀ ਆਰਗੇਨਾਈਜੇਸ਼ਨ ਆ
ਉਸ ਦਾ ਨੁਮਾਇੰਦਾ ਹੋਵੇਗਾ। ਤੋਂ ਸਾਡੀ ਤਾਂ ਜਿਹੜੀ ਪਹਿਲਾਂ ਕਮੇਟੀਜ਼ ਬਣਾਈਆਂ ਜਾਂਦੀਆਂ ਨੇ ਇਹੀ ਢੰਗ ਸਿਰ ਦੀ ਬਣਾਈਆਂ ਜਾਂਦੀਆਂ। 3 ਸਾਲ ਦੇ ਲਈ ਇਹ ਕਮੇਟੀ ਨੇ ਕੰਮ ਕਰਨਾ ਹੁੰਦਾ। ਉਹ ਕਈ ਵਾਰੀ ਕਈ ਇੰਸਟੀਟਿਊਸ਼ਨਾਂ ਤਾਂ ਸਾਲ ਕੁ ਬਾਅਦ ਜਦੋਂ ਨਵਾਂ ਅਧਿਕਾਰੀ ਆਉਂਦਾ ਉਹਦੇ ਮੁਤਾਬਕ ਉਹ ਕਮੇਟੀਆਂ ਬਦਲ ਜਾਂਦੀਆਂ ਨੇ, ਜਾਂ ਜਦੋਂ ਨਵਾਂ ਸੈਸ਼ਨ ਆਉਂਦਾ ਉਹਦੇ ਮੁਤਾਬਕ ਉਹ ਕਮੇਟੀਆਂ ਬਦਲ ਜਾਂਦੀਆਂ ਨੇ। ਜਿਸ ਐਕਟ ਦੀ ਮੈਂ ਗੱਲ ਕਰ ਰਿਹਾ ਉਹਦਾ ਪਾਰਟ 3B ਚੈਪਟਰ 2 ਦੇ ਵਿੱਚ ਸੈਕਸ਼ਨ 4 ਚ ਇਸ ਕਮੇਟੀ ਦੀ ਕਨਸਟੀਟਿਊਸ਼ਨ ਦੀ ਗੱਲ ਕੀਤੀ ਗਈ ਹੈ। ਤੇ ਬਹੁਤੀ ਵਾਰੀ ਕੀ ਹੁੰਦਾ ਕਿ ਜਿਹੜੀ ਵਿਮਨ ਨਾਲ ਸੰਬੰਧਿਤ ਆਰਗੇਨਾਈਜੇਸ਼ਨ ਆ ਉਹ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਤੋਂ ਨੁਮਾਇੰਦਾ ਨਹੀਂ ਮੰਗਿਆ ਜਾਂਦਾ। ਉਸਦਾ ਜਿਹੜੀ ਆਰਗੇਨਾਈਜੇਸ਼ਨ ਉਹਨਾਂ ਨੂੰ ਜਾਣਦੀ ਹੁੰਦੀ ਆ, ਕੁਝ ਬੰਦੇ ਉਹਨਾਂ ਨਾਲ ਜਿਹੜੇ ਹੈਗੇ ਆ ਜਾਣ ਪਛਾਣ ਚ ਹੁੰਦੇ ਆ, ਉਹਨਾਂ ਨੂੰ ਇੱਕ ਆਪ ਹੀ ਪਾ ਲੈਂਦੇ ਆ। ਇਸ ਤਰ੍ਹਾਂ ਥੋੜੀ ਹੁੰਦਾ। ਜਿਹੜੀ ਸੋਸ਼ਲ ਸਿਕਿਉਰਿਟੀ ਚਾਈਲਡ ਡਿਵੈਲਪਮੈਂਟ ਆਫਿਸ ਹੈਗਾ ਹਰ ਡਿਸਟ੍ਰਿਕਟ ਦੇ ਵਿੱਚ, ਉਹਨਾਂ ਨੂੰ ਤੁਸੀਂ ਲਿਖੋ ਕਿ ਵਿਮਨ ਨਾਲ ਸੰਬੰਧਿਤ ਆਰਗੇਨਾਈਜੇਸ਼ਨ ਜਿਹੜੀਆਂ ਤੁਹਾਡੇ ਕੋਲ ਰਜਿਸਟਰਡ ਨੇ ਉਹਨਾਂ ਦਾ ਇੱਕ ਨੁਮਾਇੰਦਾ ਸਾਨੂੰ ਦਿੱਤਾ ਜਾਵੇ, ਤਾਂ ਉਸ ਮੈਂਬਰ ਦੀ ਸੈਂਕਟਿਟੀ ਕੋਈ ਹੋਏਗੀ। ਇਹ ਨਹੀਂ ਹੈ ਕਿ ਜਿਹੜਾ ਮੈਂਬਰ ਮੈਨੂੰ ਜਾਣਦਾ। ਵਿਮਨ ਨਾਲ ਸੰਬੰਧਿਤ ਆਰਗੇਨਾਈਜੇਸ਼ਨ ਤਾਂ 50 ਹੋ ਸਕਦੀਆਂ ਨੇ ਇੱਕ ਸ਼ਹਿਰ ਦੇ ਵਿੱਚ, ਤੇ 50 ਦੇ ਵਿੱਚੋਂ ਇਹ ਡਿਸਾਈਡ ਕਿਸ ਨੇ ਕਰਨਾ? ਉਹ CDPO ਨੇ ਡਿਸਾਈਡ ਕਰਨਾ ਕਿ ਕਿਹੜੇ ਬੰਦੇ ਨੂੰ ਮੈਂ ਕਿਸ ਯੂਨਿਟ ਦੇ ਵਿੱਚ ਭੇਜਾਂ, ਨਾ ਕਿ ਕਿਸੇ ਕਾਲਜ ਦੇ ਪ੍ਰਿੰਸੀਪਲ ਜਾਂ ਵਾਈਸ ਚਾਂਸਲਰ ਆਪਣੀ ਮਰਜ਼ੀ ਨਾਲ ਉਹਨਾਂ 50 ਆਰਗੇਨਾਈਜੇਸ਼ਨ ਵਿੱਚੋਂ ਜਿਹਨੂੰ ਮਰਜ਼ੀ ਲੈ ਲੈ। ਇਸ ਤਰ੍ਹਾਂ ਨਹੀਂ ਹੁੰਦਾ। ਉਸ ਤੋਂ ਬਾਅਦ ਵੀ ਉਹ ਇੰਟਰਨਲ ਕੰਪਲੇਂਟ ਕਮੇਟੀ ਜਿਹੜੀ ਹੈਗੀ ਆ ਉਹ ਰეკਮੈਂਡ ਕਰ ਸਕਦੀ ਹੈ ਜਿਹੜੇ ਯੂਨੀਵਰਸਿਟੀ ਦੇ ਕੰਡਕਟ ਰੂਲਸ ਨੇ ਜਾਂ ਗਵਰਨਮੈਂਟ ਦੇ ਕੰਡਕਟ ਰੂਲਸ ਨੇ ਜਾਂ ਜਿਹੜੀ ਹੋਰ ਕੋਈ ਪ੍ਰਬੰਧਕੀ ਇਕਾਈ ਹੈਗੀ ਆ ਉਸ ਦੇ ਜਿਹੜੇ ਕੰਡਕਟ ਰੂਲਸ ਨੇ ਉਹਨਾਂ ਦੇ ਮੁਤਾਬਕ ਰეკਮੈਂਡੇਸ਼ਨ ਕਰ ਸਕਦੀ ਆ। ਉਹਨੂੰ ਵੱਡੀ ਪਲੈਂਟੀ ਵੀ ਮਿਲ ਸਕਦੀ ਆ, ਛੋਟੀ ਪਲੈਂਟੀ ਲਈ ਵੀ ਰეკਮੈਂਡ ਕਰ ਸਕਦੀ ਆ। ਉਹ ਬਾਅਦ ਦੀ ਗੱਲ ਆ ਕਿ ਡਿਪਾਰਟਮੈਂਟ ਜਿਹੜਾ ਹੈਗਾ ਸੰਬੰਧਿਤ ਉਹ ਕਿਸ ਤਰੀਕੇ ਦੇ ਨਾਲ ਡਿਸਪਲਿਨਰੀ ਐਕਸ਼ਨ ਉਸ ਦੇ ਉੱਤੇ ਲੈਂਦਾ ਹੈ। ਦੂਜਾ, ਜੇ ਕੋਈ ਵਿਦਿਆਰਥੀ ਮੰਨ ਲਓ ਇੰਟਰਨਲ ਕੰਪਲੇਂਟ ਕਮੇਟੀ ਦੀਆਂ ਫਾਈਂਡਿੰਗਸ ਤੋਂ ਵੀ ਸੰਤੁਸ਼ਟ ਨਹੀਂ ਹੈ, ਤਾਂ ਫਿਰ ਡਿਸਟ੍ਰਿਕਟ ਲੈਵਲ ਦੇ ਉੱਤੇ ਡਿਪਟੀ ਕਮਿਸ਼ਨਰ ਦੀ ਜਿਹੜੀ ਹੈ ਚੇਅਰਪਰਸਨ ਦੇ ਥੱਲੇ ਇੱਕ ਲੋਕਲ ਕੰਪਲੇਂਟ ਕਮੇਟੀ ਵੀ ਕਨਸਟੀਟਿਊਟ ਹੁੰਦੀ ਆ। ਉਸ ਦੇ ਕੋਲੇ ਵੀ ਉਹ ਆਪਣੀ ਕੰਪਲੇਂਟ ਦੇ ਸਕਦੀ ਹੈ। ਜੇ ਇਸ ਤੋਂ ਜ਼ਿਆਦਾ ਕੋਈ ਐਕਸੈਸ ਐਕਟ ਕੀਤਾ ਗਿਆ ਸੰਬੰਧਿਤ ਬੰਦੇ ਵੱਲੋਂ, ਤਾਂ ਜਿਹੜਾ ਵੂਮਨ ਪੁਲਿਸ ਸਟੇਸ਼ਨ ਆ ਉਸ ਦੇ ਵਿੱਚ ਅੰਡਰ ਸੈਕਸ਼ਨ 354 ਜਾਂ 354A ਜਾਂ ਇਸ ਨਾਲ ਸੰਬੰਧਿਤ ਕੋਈ ਹੋਰ ਯਾਨੀ ਫ੍ਰੀ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਜਾਂ ਚੈਟਿੰਗ ਆ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਕਨਵਰਜੇਸ਼ਨ ਆ, ਉਹਦੇ ਨਾਲ ਸੰਬੰਧਿਤ ਜਿਹੜੀ ਹੈਗੀ ਹੈ ਵੂਮਨ ਪੁਲਿਸ ਸਟੇਸ਼ਨ ਦੇ ਵਿੱਚ ਵੀ ਇਹ ਕੰਪਲੇਂਟ ਜਿਹੜੀ ਹੈ ਦਾਇਰ ਕੀਤੀ ਜਾ ਸਕਦੀ ਹੈ ਉਸ ਦੇ ਅਗੇਂਸਟ FIR ਰਜਿਸਟਰ ਕਰਨ ਦੇ ਲਈ। ਤਾਂ ਕਾਫੀ, ਜਾਂ ਫਿਰ ਵੂਮਨ ਕਮਿਸ਼ਨ ਜਿਹੜਾ ਹੈਗਾ ਉਸ ਦੀ ਵੀ ਸਹਾਇਤਾ ਲਈ ਜਾ ਸਕਦੀ ਹੈ। ਵੂਮਨ ਕਮਿਸ਼ਨ ਨੂੰ ਵੀ ਤੁਸੀਂ ਆਪਣੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਉਹ ਭੇਜ ਸਕਦੇ ਹੋ। ਤਾਂ ਬਹੁਤ ਸਾਰੇ ਆਪਸ਼ਨ ਹੈਗੇ ਆ ਜਿਹੜੇ ਆਮ ਤੌਰ ਦੇ ਉੱਤੇ ਛੋਟੇ ਬੱਚੇ ਹੁੰਦੇ ਕਈ ਦਫਾ ਉਹਨਾਂ ਨੂੰ ਇਹ ਸਾਰੇ ਆਪਸ਼ਨ 'ਚ ਪਤਾ ਵੀ ਨਹੀਂ ਹੁੰਦੇ ਕਿ ਅਸੀਂ ਕਿੱਥੇ ਕਿੱਥੇ ਇਸ ਦੀ ਚੀਜ਼ ਦੀ ਜਿਹੜੀ ਹੈਗੀ ਆ ਰਿਪਰੈਜ਼ੈਂਟੇਸ਼ਨ ਪੁੱਟ ਅਪ ਕਰ ਸਕਦੇ ਆ। ਤਾਂ ਯੂਜੂਅਲੀ ਕੀ ਹੁੰਦਾ ਕਿ ਜਿਹੜੇ ਇਹ ਅਦਾਰੇ ਆ ਜਿਵੇਂ ਮੰਨ ਲਓ ਹਸਪੀਟਲ ਆ, ਪ੍ਰਿਜ਼ਨ ਹਾਊਸਿਸ ਨੇ, ਜੇਲਸ ਨੇ, ਜਾਂ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨ ਜਿਹੜੇ ਮੈਡੀਕਲ ਕਾਲਜਿਸ ਨੇ, ਇਹਦੇ ਵਿੱਚ ਬੱਚਾ ਜਿਹੜਾ ਹੈਗਾ ਉਹ ਕਸਟਡੀ ਦੇ ਵਿੱਚ ਹੁੰਦਾ। ਕਸਟੋਡੀਅਨ ਕਹਿੰਦੇ ਆ ਅਸੀਂ ਉਹਨੂੰ। ਟੀਚਰ ਜਿਹੜੇ ਆ ਦੇ ਆਰ ਦੀ ਕਸਟੋਡੀਅਨਸ ਆਫ ਦੀ ਲਾਈਫ ਆਫ ਲਿੰਬ ਆਫ ਦੀ ਗਰਲ ਸਟੂਡੈਂਟ। ਤੋਂ ਉੱਥੇ ਅਫੈਂਸ ਦੀ ਨੇਚਰ ਜਿਹੜੀ ਹੈ ਨਾ ਜ਼ਿਆਦਾ ਗ੍ਰੇਵ ਹੋ ਜਾਂਦੀ ਹੈ, ਮੈਗਨੀਟਿਊਡ ਜ਼ਿਆਦਾ ਵੱਧ ਜਾਂਦਾ। ਜਦੋਂ ਕਿਸੇ ਨੂੰ ਅਸੀਂ ਪਾਰਟਿਕੂਲਰਲੀ ਮਾਪੇ ਸਾਨੂੰ ਉਹਦੀ ਕਸਟਡੀ ਦੇ ਕੇ ਜਾਂਦੇ ਆ, ਸਾਡੀ ਜ਼ਿੰਮੇਵਾਰੀ ਕਿਤੇ ਜ਼ਿਆਦਾ ਵੱਧ ਜਾਂਦੀ ਆ। ਤੋਂ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਹੈਗਾ ਉਹ ਲਾ ਜਿਹੜਾ ਹੈਗਾ ਜ਼ਿਆਦਾ ਸਟ੍ਰਿਕਟ ਹੈਗਾ। ਤੋਂ ਚਾਹੀਦਾ ਇਹ ਹੈਗਾ ਕਿ ਜਦੋਂ ਕੋਈ ਵੀ ਉਹਨਾਂ ਨੂੰ ਕੋਈ ਬੱਚਿਆਂ ਨੂੰ ਪਰੇਸ਼ਾਨੀ ਮਹਿਸੂਸ ਹੁੰਦੀ ਆ, ਤਾਂ ਜਿਹੜਾ ਉਹਨਾਂ ਦੇ ਵਿਭਾਗ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਕੋਈ ਲੇਡੀ ਟੀਚਰ ਹੈਗੀ ਆ ਉਹਦੇ ਨਾਲ ਗੱਲ ਕਰਕੇ ਇੰਟਰਨਲ ਕੰਪਲੇਂਟ ਕਮੇਟੀ ਦਾ ਕੌਣ ਮੈਂਬਰ ਆ ਉਸ ਦਾ ਪਤਾ ਕੀਤਾ ਜਾਵੇ। ਉਸ ਦੇ ਆਫਿਸ ਦੇ ਵਿੱਚ ਜਾ ਕੇ ਇੱਕ ਇਨ ਰਾਈਟਿੰਗ ਕੰਪਲੇਂਟ ਜਿਹੜੀ ਹੈਗੀ ਆ ਉਹ ਦਿੱਤੀ ਜਾਵੇ। ਦੂਸਰੀ ਗੱਲ ਮੈਂ ਇਹ ਦੱਸ ਦਿੰਦਾ ਅੰਡਰ ਸੈਕਸ਼ਨ 16 ਕਿ ਜਿਹੜੀ ਵੀ ਕੰਪਲੇਂਟ ਦਿੱਤੀ ਜਾਏਗੀ ਕਿਸੇ ਵਿਦਿਆਰਥਣ ਵੱਲੋਂ, ਉਹ ਅਧਿਕਾਰੀ ਜਿਹੜੇ ਨੇ ਉਹ ਕਮੇਟੀ ਜਿਹੜੀ ਹੈ ਇੰਟਰਨਲ ਕੰਪਲੇਂਟ ਕਮੇਟੀ ਜਾਂ ਲੋਕਲ ਕੰਪਲੇਂਟ ਕਮੇਟੀ ਜਿਹੜੀ ਡਿਸਟ੍ਰਿਕਟ ਲੈਵਲ ਦੇ ਉੱਤੇ ਹੁੰਦੀ ਆ ਡਿਪਟੀ ਕਮਿਸ਼ਨਰ ਆਫਿਸ ਦੇ ਵਿੱਚ, ਇਹ ਉਸ ਦਾ ਨਾਂ ਡਿਸਕਲੋਜ਼ ਨਹੀਂ ਕਰ ਸਕਦੀ। ਅੰਡਰ ਸੈਕਸ਼ਨ 16 ਜਿਹੜਾ ਹੈਗਾ ਸੈਕਸ਼ੂਅਲ ਹੈਰਾਸਮੈਂਟ ਐਟ ਵਰਕ ਪਲੇਸ ਐਕਟ ਦੇ ਵਿੱਚ ਇਹ ਦਿੱਤਾ ਹੋਇਆ ਕਿ ਕਿਸੇ ਵੀ ਜਰਨਲਿਜ਼ਮ ਨੂੰ ਕਿਸੇ ਵੀ ਥਾਂ ਦੇ ਉੱਤੇ ਕੋਈ RTI ਦੇ ਵਿੱਚ ਇਸ ਤਰ੍ਹਾਂ ਦੀ ਕੰਪਲੇਂਟ ਜਿਹੜੀ ਹੈਗੀ ਆ ਜਾਂ ਕੋਈ ਡਿਸੀਜਨ ਜਿਹੜਾ ਇਸ ਦੇ ਉੱਤੇ ਲਿਆ ਗਿਆ ਉਹ ਜਿਹੜਾ ਹੈਗਾ ਕਈ ਨਹੀਂ ਮੁਹੱਈਆ ਕਰਵਾਇਆ ਜਾਏਗਾ। ਇਹ ਕੰਪਲੀਟਲੀ ਸੀਕ੍ਰੇਟ ਜਿਹੜਾ ਹੈ ਰੱਖਿਆ ਜਾਏਗਾ। ਇਸ ਕਰਕੇ ਜਿਹੜੇ ਗੱਲ ਸਟੂਡੈਂਟਸ ਨੇ ਜਾਂ ਵਿਦਿਆਰਥੀਆਂ ਨੇ ਉਹਨਾਂ ਨੂੰ ਇਸ ਭੈ ਦੇ ਵਿੱਚ ਨਹੀਂ ਆਉਣਾ ਚਾਹੀਦਾ। ਪ੍ਰੋਫੈਸਰ ਸਾਹਿਬ ਆ ਗੱਲ ਤੁਹਾਡੀ ਵਾਜਬ ਹੈ। ਪ੍ਰੋਫੈਸਰ ਸਾਹਿਬ ਤੁਹਾਨੂੰ ਲੱਗਦਾ ਕਿ ਵੈਸੇ ਚਲੋ ਬੰਨਿਆ ਕਿ ਮੀਡੀਆ ਆਪਾਂ ਇੱਕ ਨਾਮ ਦਾ ਪੜਦਾ ਜ਼ਰੂਰ ਹੁੰਦਾ ਪਰ ਉਹ ਨਾਮ ਹੁੰਦਾ ਹਰੇਕ ਦੀ ਜ਼ੁਬਾਨ ਤੇ ਆਉਣਾ ਸ਼ੁਰੂ ਹੋ ਜਾਂਦਾ। ਸ਼ਾਇਦ ਉਹ ਬਦਨਾਮੀ ਦੇ ਡਰ ਤੋਂ ਵੀ, ਸ਼ਾਇਦ ਉਹ ਇੱਕ ਮਾਂ ਪਿਓ ਵੀ ਸ਼ਾਇਦ ਉਹ ਇਨੀਸ਼ੀਏਟਿਵ ਨਹੀਂ ਲੈਂਦਾ ਜੇ ਘਰਦਿਆਂ ਨੂੰ ਵੀ ਉਹ ਦੱਸਦੀ ਹੈ ਬੱਚੀ, ਤੇ ਬੱਚੀ ਦੇ ਅੰਦਰ ਵੀ ਸ਼ਾਇਦ ਇਹ ਡਰ ਹੁੰਦਾ ਮਾਂ ਪਿਓ ਤੋਂ ਦੱਸਣ ਤੋਂ ਪਹਿਲਾਂ ਕਿਤੇ ਮੇਰੇ ਕਰੀਅਰ ਹੀ ਦਾ ਉਹਦੇ ਤੇ ਕਿਤੇ ਲਕੀਰ ਹੀ ਨਾ ਕਿਤੇ ਚਲਾ ਦਿੱਤੀ ਜਾਏ ਇਸ ਪ੍ਰੋਫੈਸਰ ਵੱਲੋਂ। ਉਹ ਦਬਾਅ ਹੁੰਦਾ ਉਸ ਤੇ।
ਉਹ ਇਸ ਲਈ ਬਿਲਕੁਲ ਉਹ ਵਿਚਾਰੀ ਪਿਸਦੀ ਰਹਿੰਦੀ ਹੈ, ਉਹ ਬਰਦਾਸ਼ਤ ਕਰਦੀ ਰਹਿੰਦੀ ਹੈ, ਉਹ ਨਾ ਇੱਧਰ ਦੀ ਹੁੰਦੀ ਹੈ ਤੇ ਨਾ ਉੱਧਰ ਦੀ ਹੁੰਦੀ ਹੈ। ਮਾਪਿਓ ਨੂੰ ਦੱਸ ਨਹੀਂ ਸਕਦੀ ਕਿਉਂਕਿ ਜੇ ਮਾਪਿਓ ਵਿਚਾਰਿਆਂ ਨੇ ਇੰਨੀ ਦੂਰ ਉਹਨੂੰ ਭੇਜਿਆ ਹੁੰਦਾ, ਪੜ੍ਹਨ ਲਈ ਭੇਜਿਆ ਹੁੰਦਾ, ਉਹਨੂੰ ਮਾਪਿਓ ਵਾਲੇ ਪਾਸੇ ਦੇਖਦੀ ਹੈ ਤਾਂ ਉਹਨੂੰ ਲੱਗਦੀ ਹੈ ਕਿ ਉਹਨੂੰ ਲੱਗਦਾ ਕਿ ਮੇਰੇ ਮਾਪਿਓ ਦੇ ਤੈਨੂੰ ਮੈਨੂੰ ਲੈ ਕੇ ਇੰਨੇ ਵੱਡੇ ਸੁਪਨੇ ਨੇ, ਮੈਂ ਉਹ ਪੂਰੇ ਕਰਨ ਇੱਥੇ ਆਈ ਹਾਂ ਤੇ ਇੱਥੇ ਇਹੋ ਜਿਹੇ ਹਵਾਨ ਮੈਨੂੰ ਮਿਲ ਗਏ ਨੇ। ਤਾਂ ਕਿਤੇ ਨਾ ਕਿਤੇ ਆਖਰਕਾਰ ਉਹ ਵਿਚਾਰੀ ਪਿਸਦੀ ਰਹਿੰਦੀ ਹੈ। ਹੁਣ ਵੀ ਤੁਸੀਂ ਦੇਖੋ ਵੀ ਉਸ ਨੂੰ ਫਿਰ ਵਾਰ-ਵਾਰ, ਚਲੋ ਨਾਮ ਨਹੀਂ ਕਰਨਾ, ਪਰ ਉਹਨੂੰ ਬੁਲਾਇਆ ਤਾਂ ਜਾਊਗਾ ਨਾ, ਇੱਕ ਵਾਰ ਸੱਦਿਆ ਜਾਊ, 2 ਵਾਰ ਸੱਦਿਆ ਜਾਊ, ਤਾਂ ਉਹ ਕਿਤੇ ਨਾ ਕਿਤੇ ਉਸ ਨੂੰ ਇਹੀ ਲੱਗੇਗਾ ਕਿ ਸਾਰਾ ਕੁਝ ਮੈਂ ਵੀ ਨਾਲ ਉਵੇਂ ਸਫਰ ਹੋ ਰਹੀ ਹਾਂ, ਮੇਰੀ ਬਦਨਾਮੀ ਹੋ ਰਹੀ ਆ। ਬਦਨਾਮੀ ਵਾਲਾ ਜਿਹੜਾ ਸ਼ਬਦ ਹੈ ਮੈਨੂੰ ਲੱਗਦਾ ਕਿ ਸ਼ਾਇਦ ਸਮਾਜ ਨੂੰ ਵੀ ਇੱਥੇ ਸਮਝਣਾ ਪਏਗਾ। ਉਸ ਨੂੰ ਬਦਨਾਮੀ ਵਾਲਾ ਸ਼ਬਦ ਨਾ ਦਈਏ, ਉਸ ਦੇ ਨਾਲ ਖੜੀਏ, ਉਸ ਨੂੰ ਇਹ ਅਹਿਸਾਸ ਨਾ ਦਈਏ ਕਿ ਨਹੀਂ ਤੂੰ ਕੋਈ ਮਾੜਾ ਕੰਮ ਥੋੜਾ ਕੀਤਾ ਹੈ, ਤੇਰੇ ਨਾਲ ਮਾੜਾ ਹੋਇਆ, ਇਸ ਲਈ ਉਹਦੇ ਨਾਲ ਖੜਨਾ ਜ਼ਰੂਰੀ ਹੈ। ਜੀ ਸੁਰਿੰਦਰ ਜੀ, ਤੁਸੀਂ ਬਿਲਕੁਲ ਕਹਿ ਰਹੇ ਹੋ। ਸਭ ਤੋਂ ਵੱਡਾ ਡਰ ਕਿਸੇ ਵੀ ਗਰਲ ਸਟੂਡੈਂਟ ਜਾਂ ਵਿਦਿਆਰਥਣ ਦੇ ਮਨ ਵਿੱਚ ਉਹਦੇ ਆਪਣੇ ਕੈਰੀਅਰ ਦੇ ਪ੍ਰਤੀ ਹੁੰਦਾ ਕਿ ਮੇਰੇ ਜਿਹੜੇ ਇੰਟਰਨਲ ਮਾਰਕਸ ਨੇ ਜਾਂ ਪਰਸੈਂਟੇਜ ਆ ਜਾਂ ਡਿਵੀਜ਼ਨ ਜਿਹੜੀ ਹੈਗੀ ਆ ਉਹ ਖਰਾਬ ਕੀਤੀ ਜਾ ਸਕਦੀ ਆ ਸਿੱਧੇ ਤਰੀਕੇ ਨਾਲ ਜਾਂ ਓਬਲੀਕ ਮੈਨਰ ਦੇ ਨਾਲ ਉਸ ਅਕਿਊਜ਼ ਦੇ ਦੁਆਰਾ ਜਿਸ ਦੇ ਉੱਤੇ ਇਹਦੇ ਇਲਜ਼ਾਮ ਹੁੰਦੇ। ਦੂਸਰੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਥੋੜਾ ਸਮਾਜਿਕ ਤੌਰ ਦੇ ਉੱਤੇ ਵੀ ਪ੍ਰਤਿਸ਼ਠਾ ਦਾ ਅਸਰ ਉਸ ਦਾ ਪੈਂਦਾ, ਉਹ ਵੀ ਜ਼ਰੂਰ ਪੈਂਦਾ। ਪਰ ਜਿਹਨੂੰ ਆਪਾਂ ਦੂਸਰੇ ਦ੍ਰਿਸ਼ਟੀਕੋਣ ਤੋਂ ਦੇਖੀਏ, ਵੈਸੇ ਤਾਂ ਉਹ ਪ੍ਰੋਸੀਡਿੰਗਸ ਇਹੋ ਜਿਹੀਆਂ ਹੁੰਦੀਆਂ ਨੇ ਕਿ ਉਸ ਜਿਹੜਾ ਮੇਲ ਟੀਚਰ ਹੈਗਾ ਉਹਦੇ ਪ੍ਰੈਜ਼ੈਂਸ ਦੇ ਵਿੱਚ ਕੋਈ ਗੱਲਬਾਤ ਉਹ ਇੰਟਰਨਲ ਕੰਪਲੇਂਟ ਕਮੇਟੀ ਨਹੀਂ ਕਰਦੀ, ਉਹ ਲੜਕੀ ਨੂੰ ਅਲੱਗ ਬੁਲਾ ਕੇ ਪੁੱਛਦੇ ਆ। ਇਹ ਨਹੀਂ ਹੈਗਾ ਕਿ ਉਹਦੀ ਪ੍ਰੈਜ਼ੈਂਸ ਦੇ ਵਿੱਚ ਉਹਦੀ ਪੁੱਛਗਿੱਛ ਹੋਊਗੀ, ਉਹ ਸੈਪਰੇਟਲੀ ਪੁੱਛਗਿੱਛ ਹੋਏਗੀ, ਉਹਦੀ ਪ੍ਰੈਜ਼ੈਂਸ ਵਿੱਚ ਕੁਝ ਨਹੀਂ ਹੋਏਗਾ। ਜੋ ਵੀ ਉਹਨੇ ਆਪਣੇ ਪੱਖ ਦੇ ਵਿੱਚ ਕਹਿਣਾ ਹੈ ਉਹ ਅਲੱਗ ਹੋਏਗਾ, ਉਸ ਮੇਲ ਟੀਚਰ ਦੀ ਪ੍ਰੈਜ਼ੈਂਸ ਵਿੱਚ ਕਦੇ ਵੀ ਕੁਝ ਨਹੀਂ ਹੋਏਗਾ। ਤੋ ਇੱਕ ਤਾਂ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਸੀ। ਦੂਸਰੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀਗਾ ਵੀ ਇਹ ਚਲੋ ਤੁਹਾਡੀ ਗੱਲ ਮੰਨ ਲੈਂਦੇ ਆ ਵੀ ਬਹੁਤ ਸਾਰੇ ਬੱਚੇ ਸਮਾਜਿਕ ਪ੍ਰਤਿਸ਼ਠਾ ਕਰਕੇ ਇਸ ਨੂੰ ਬਹੁਤ ਅੱਗੇ ਤੱਕ ਨਹੀਂ ਲੈ ਕੇ ਜਾਂਦੇ ਤੇ ਉਹ ਵਿੱਚ ਹੀ ਚੀਜ਼ ਰਹਿ ਰਹਾ ਜਾਂਦੀ ਆ। ਇਹ ਵੀ ਗੱਲ ਤੁਹਾਡੀ ਬਿਲਕੁਲ ਠੀਕ ਹੈ, ਪਰ ਮੈਂ ਇਹ ਗੱਲ ਕਹਿਣਾ ਵੀ ਜੇ ਇਹ ਵਿੱਚੇ ਚੀਜ਼ਾਂ ਛੱਡ ਦਾਂਗੇ ਨਾ, ਵੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਇਹ ਚੀਜ਼ਾਂ ਬੰਦ ਕਿਉਂ ਨਹੀਂ ਹੁੰਦੀਆਂ, ਫਿਰ ਇਹ ਬੰਦ ਨਹੀਂ ਹੋਣਗੀਆਂ। ਕਿਉਂਕਿ 4 ਸਾਲ ਪਹਿਲਾਂ ਕੋਈ ਗੱਲ ਹੋਈ ਉਹ ਵਿੱਚ ਹੀ ਠੱਪ ਹੋ ਗਈ ਸੀ। ਉਹਨਾਂ ਨੂੰ ਪਤਾ ਵੀ ਇਹ ਗੱਲਾਂ ਜਿਹੜੀਆਂ ਗਾਹਾਂ ਅੱਗੇ ਤੱਕ ਤਾਂ ਜਾਂਦੀਆਂ ਨਹੀਂ, ਸਿਰੇ ਕਿਸੇ ਕਿਨਾਰੇ ਤਾਂ ਲੱਗਦੀਆਂ ਨਹੀਂ। ਇਸ ਕਰਕੇ ਉਹ ਫਿਰ ਮਿਸ ਐਡਵੈਂਚਰ ਦੂਜੀ ਵਾਰੀ, ਤੀਜੀ ਵਾਰੀ, ਚੌਥੀ ਵਾਰੀ ਵੀ ਰਿਪੀਟ ਹੋ ਸਕਦਾ। ਤੋ ਜੇ ਇੱਕ ਲੜਕੀ ਨੇ ਇਸ ਤਰ੍ਹਾਂ ਦਾ ਕੋਈ ਡੇਅਰ ਕਰ ਲਿਆ ਤੇ ਪੇਰੈਂਟਸ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਦੱਸਤਾ, ਪੇਰੈਂਟਸ ਨੂੰ ਥੋੜੀ ਜਿਹੀ ਸਪੋਰਟ ਉਹਨਾਂ ਨੇ ਦੇ ਲਈ ਜਾਂ ਮਿਲ ਗਈ, ਫਿਰ ਉਸ ਲੜਕੀ ਨੂੰ ਇਸ ਗੱਲ ਦੀ ਗਰੰਟੀ ਹੈ ਕਿ ਜਿੰਨਾ ਦੇਰ ਉਸ ਇੰਸਟੀਟਿਊਸ਼ਨ 'ਚ ਰਹੇਗਾ ਤਾਂ ਉਸ ਇੰਸਟੀਟਿਊਸ਼ਨ ਦੇ ਵਿੱਚ ਬੰਦਾ ਦਾ ਕੀ ਪਰਿੰਦਾ ਵੀ ਜਿਹੜਾ ਹੈਗਾ ਉਹ ਮਿਸ ਐਡਵੈਂਚਰ ਨਹੀਂ ਕਰ ਸਕਦਾ। ਕਿਉਂਕਿ ਸਾਰਿਆਂ ਨੂੰ ਇਹ ਪਤਾ ਲੱਗ ਜਾਂਦਾ ਕਿ ਇਸ ਲੜਕੀ ਦੇ ਨਾਲ ਜੇ ਜਰਾ ਜਿੰਨਾ ਵੀ ਕੋਈ ਮਿਸ ਐਡਵੈਂਚਰ ਕੀਤਾ, ਅੰਜਾਮ ਜਿਹੜੇ ਨੇ ਨਾ ਉਹ ਬੜੇ ਡੇਂਜਰਸ ਜਿਹੜੇ ਆ ਹੋ ਸਕਦੇ ਆ। ਇਸ ਕਰਕੇ ਉਹਦਾ ਇੱਕ ਪ੍ਰਭਾਵ ਇਹ ਵੀ ਜਾਏਗਾ। ਤੇ ਜੇ ਸਾਡੇ ਗਰਲ ਸਟੂਡੈਂਟਸ ਤੇ ਪੇਰੈਂਟਸ ਥੋੜੇ ਸਪੋਰਟ ਕਰਦੇ ਆ ਤਾਂ ਇਹ ਚੀਜ਼ ਦਾ ਨੁਹਾਰ ਬਦਲਣ ਦੇ ਲਈ, ਸਾਰਾ ਮਿਜ਼ਾਜ ਬਦਲਣ ਦੇ ਲਈ, ਇੰਸਟੀਟਿਊਸ਼ਨ ਦਾ ਆਚਰਣ ਬਦਲਣ ਦੇ ਲਈ ਜਿਹੜਾ ਹੈਗਾ ਸਾਨੂੰ ਥੋੜਾ ਜਿਹਾ ਇਸ ਪਾਸੇ ਵੱਲ ਨੂੰ ਅੱਗੇ ਆਉਣਾ ਚਾਹੀਦਾ। ਸਗੋਂ ਪੇਰੈਂਟਸ ਨੂੰ ਵੀ ਇਸ ਨੂੰ ਕ੍ਰੈਡਿਟ ਕਰਨਾ ਚਾਹੀਦਾ ਕਿ ਬੱਚੀ ਦੇ ਨਾਲ ਜੋ ਹੋਇਆ ਉਸਨੇ ਸਾਡੀ ਨੌਲੇਜ 'ਚ ਲਿਆਂਦਾ। ਜੇ ਨੌਲੇਜ ਦੇ ਵਿੱਚ ਨਾ ਲਿਆਂਦਾ ਹੁੰਦਾ ਤਾਂ ਬਹੁਤ ਸਾਰੀਆਂ, ਤੁਹਾਨੂੰ ਯਾਦ ਹੋਏਗਾ ਕਿ ਬਹੁਤ ਸਾਰੀਆਂ ਬੱਚੀਆਂ ਆਤਮਘਾਤ ਵੀ ਕਰ ਲੈਂਦੀਆਂ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਜਿਹੜਾ ਸਟੈਪ ਲੈ ਲੈਂਦੀਆਂ ਨੇ, ਜਿਹੜਾ ਪੇਰੈਂਟਸ ਦੇ ਲਈ ਵੀ ਦੁਖਦਾਈ ਹੁੰਦਾ, ਉਹਦੇ ਆਪਣੇ ਜੀਵਨ ਦੇ ਕੈਰੀਅਰ ਦੇ ਲਈ ਵੀ ਬੜਾ ਦੁਖਦਾਈ ਹੁੰਦਾ। ਤੋ ਇਸ ਨਾਲੋਂ ਤਾਂ ਬਿਹਤਰ ਇਹ ਹੈਗਾ ਕਿ ਤੁਸੀਂ ਸ਼ੇਅਰ ਕਰੋ, ਆਪਣੇ ਜਿਹੜੇ ਸੀਨੀਅਰ ਲੇਡੀ ਟੀਚਰਸ ਨੇ ਉਹਨਾਂ ਦੇ ਨਾਲ ਸ਼ੇਅਰ ਕਰੋ ਜਾਂ ਜਿਹੜੇ ਤੁਹਾਡੇ ਪੇਰੈਂਟਸ ਨੇ ਉਹਨਾਂ ਦੇ ਨਾਲ ਸ਼ੇਅਰ ਕਰੋ। ਤੋ ਕਮ ਸੇ ਕਮ ਜਿਹੜੇ ਉਮਰ ਦੇ ਵਿੱਚ ਤੁਹਾਡੇ ਤੋਂ ਥੋੜੇ ਵੱਡੇ ਨੇ, ਜਿਹੜੀ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਆ ਤੇ ਹੈਂਡਲ ਕਰ ਸਕਦੇ ਆ, ਉਹਨਾਂ ਲੋਕਾਂ ਦੇ ਨਾਲ ਸ਼ੇਅਰ ਕਰਕੇ ਇਹ ਚੀਜ਼ਾਂ ਦਾ ਨਿਪਟਾਰਾ ਜਿਹੜਾ ਕੀਤਾ ਜਾ ਸਕਦਾ। ਕਾਨੂੰਨ ਆਪਣੀ ਥਾਂ ਦੇ ਉੱਤੇ ਹੈ, ਕਾਨੂੰਨ ਦੇ ਵਿੱਚ ਕਈ ਤਰ੍ਹਾਂ ਦੀਆਂ ਕਾਨੂੰਨੀ ਜਿਹੜੀਆਂ ਅੜਚਣਾਂ ਜਿਹੜੀਆਂ ਪਾ ਕੇ ਵੀ ਇਹਨਾਂ ਚੀਜ਼ਾਂ ਨੂੰ ਦਬਾਇਆ ਜਾਂਦਾ। ਇੱਕ ਬਹੁਤ ਵੱਡਾ ਕੇਸ ਤੁਹਾਨੂੰ ਯਾਦ ਹੋਊਗਾ ਕਿ ਜਿਹੜੇ ਸਾਡੇ ਚੀਫ ਜਸਟਿਸ ਆਫ ਇੰਡੀਆ ਸੀ ਮਿਸਟਰ ਗੋਗੋਈ ਜੀ, ਉਹਨਾਂ ਦੇ ਉੱਤੇ ਇਸ ਤਰ੍ਹਾਂ ਦਾ ਮੋਲਸਟੇਸ਼ਨ ਚਾਰਜਸ ਵੀ ਲੱਗਿਆ ਸੀ। ਇੱਕ ਜਿਹੜਾ ਹੈਗਾ ਸੀ ਆਪਣਾ ਸੁਪਰੀਮ ਕੋਰਟ ਦੀ ਇੱਕ ਮਹਿਲਾ ਨੇ ਲਗਾਇਆ ਸੀ, ਲੇਕਿਨ ਉਹ ਵੀ ਉਹੀ ਤੁਹਾਡੇ ਵਾਲੀ ਗੱਲ ਕਿ ਅੰਡਰ ਪ੍ਰੈਸ਼ਰ ਆ ਕੇ ਤੇ ਉਹਦੀ ਜਿਹੜੀ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। ਬਾਅਦ ਦੇ ਵਿੱਚ ਉਹਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਜਿਹੜੀਆਂ ਵਿਭਾਗੀ ਪ੍ਰਕਿਰਿਆਵਾਂ ਤੋਂ ਬਾਅਦ ਉਹਨੂੰ ਜਾਂਦੇ ਹੋਏ ਰੀਇਨਸਟੇਟ ਕਰ ਦਿੱਤਾ ਗਿਆ ਤੇ ਉਸ ਚਾਰਜਸ ਤੋਂ ਜਿਹੜਾ ਹੈਗਾ ਐਗਜ਼ਨਰੇਸ਼ਨ ਹੋ ਗਈ। ਤਾਂ ਮੈਂ ਇਹ ਗੱਲ ਕਹਿ ਰਿਹਾ ਵੀ ਇਹ ਦੋ ਚੀਜ਼ਾਂ ਵੀ ਨਾਲ ਹੁੰਦੀਆਂ ਨੇ। ਮੈਂ ਤੁਹਾਨੂੰ ਇੱਕ ਹੋਰ ਪਹਿਲੂ ਵੀ ਇਸ ਦਾ ਦੱਸ ਦਿੰਦਾ। ਕਈ ਵਾਰੀ ਜਿਹੜੇ ਹੈਗੇ ਨੇ ਸਟੂਡੈਂਟਸ, ਉਹ ਟੀਚਰ ਨੂੰ ਪ੍ਰੈਸ਼ਰਾਈਜ਼ ਕਰਨ ਦੇ ਲਈ ਜਾਂ ਉਹਨਾਂ ਤੋਂ ਆਪਣੇ ਜਿਹੜੇ ਨੰਬਰ ਨੇ ਇੰਟਰਨਲ ਅਸੈਸਮੈਂਟ ਜ਼ਿਆਦਾ ਲਗਵਾਉਣ ਦੇ ਲਈ ਕਈ ਵਾਰੀ ਫਾਲਸ ਐਲੀਗੇਸ਼ਨ ਵੀ ਲੱਗ ਜਾਂਦੇ। ਐਸੀ ਚੀਜ਼ ਵੀ ਹੋ ਜਾਂਦੀ ਆ, ਵਿਭਾਗਾਂ ਦੇ ਵਿੱਚ ਵੀ ਐਸੀ ਚੀਜ਼ ਹੋ ਜਾਂਦੀ ਹੈ। ਕੋਈ ਬੰਦਾ ਜਿਹੜਾ ਹੈਗਾ ਆਪਣਾ ਕੰਮ ਠੀਕ ਠਾਕ ਨਹੀਂ ਕਰ ਰਿਹਾ ਜਾਂ ਉਹ ਆਉਂਦਾ ਹੀ ਨਹੀਂ ਹੈ, ਉਸ ਤੋਂ ਬਾਅਦ ਆ ਕੇ ਕਹਿੰਦਾ ਮੇਰੀ ਹਾਜ਼ਰੀ ਲਾ ਦਿਓ ਜੀ, ਤੇ ਫਿਰ ਜਦੋਂ ਹਾਜ਼ਰੀ ਨਹੀਂ ਲਵਾਉਂਦਾ ਉਹਦੇ ਉੱਤੇ ਵੀ ਇਸ ਤਰ੍ਹਾਂ ਦੇ ਫਾਲਸ ਚਾਰਜਸ ਹੋ ਜਾਂਦੇ।
तो इसनूं ਫਿਲਟਰ ਕਰਨਾ, ਡਿਸਾਈਡ ਕਰਨਾ ਕਿ ਚਾਰजेस ਜਿਹੜੇ ਆ ਬਿਲਕੁਲ ਸਹੀ ਆ ਜਾਂ ਚਾਰजेस ਨਹੀਂ ਸਹੀ, ਇਹ ਵੀ ਜਿਹੜਾ ਹੈਗਾ ਇੱਕ ਸਕਿੱਲ ਔਰ ਇੱਕ ਜਿਹੜੀ ਆ ਸਾਈਕੋ ਐਨਾਲਿਸਿਸ ਦੀ ਗੱਲ ਹੁੰਦੀ ਆ। ਜਿਹੜੇ ਬੰਦੇ ਨੇ ਇਸ ਤਰ੍ਹਾਂ ਦੀ ਮਿਸਐਡਵੈਂਚਰ ਕੀਤੀ ਹੁੰਦੀ ਆ, ਉਹ ਸ਼ੇਕ ਹੋਇਆ ਹੁੰਦਾ, ਉਹਦਾ ਜਿਹੜਾ ਕੌਨਫੀਡੈਂਸ ਆ ਘਟਿਆ, ਉਸ ਤੋਂ ਅੰਦਾਜ਼ੇ ਲੱਗ ਜਾਂਦੇ ਆ ਕਿ ਕੋਈ ਨਾ ਕੋਈ ਛੋਟੀ ਮੋਟੀ ਜਿਹੜੀ ਹੈ ਵਧੀਕੀ ਇਸ ਦੇ ਦੁਆਰਾ ਜ਼ਰੂਰ ਕੀਤੀ ਗਈ ਹੋਊਗੀ, ਤੇ ਉਸ ਦਾ ਰਿਟਰੈਸਲ ਜਿਹੜਾ ਹੈਗਾ ਇਨੀਸ਼ੀਅਲ ਸਟੈਪ ਦੇ ਉੱਤੇ ਹੀ ਉਸ ਇੰਸਟੀਟਿਊਸ਼ਨ ਦੇ ਦੁਆਰਾ ਕਰਨਾ ਚਾਹੀਦਾ ਬਾਈ ਦੀ ਇੰਟਰਨਲ ਕੰਪਲੇਂਟ ਕਮੇਟੀ। ਤੇ ਅਦਰਵਾਈਜ਼ ਵੀ ਥਾਂ ਥਾਂ ਦੇ ਉੱਤੇ ਜਿਹੜਾ ਹੈਗਾ ਉਹ ਮੋਟੋ ਲਗਾ ਕੇ, ਫਲੈਕਸ ਲਗਾ ਕੇ, ਇਸ ਤਰ੍ਹਾਂ ਦਾ ਜਿਹੜਾ ਹੈਗਾ ਐਗਜ਼ੀਬਿਸ਼ਨ ਜਿਹੜੀ ਹੈ ਜਾਂ ਇਸ ਤਰ੍ਹਾਂ ਦਾ ਪ੍ਰਚਾਰ ਜਿਹੜਾ ਹੈਗਾ ਜਾਂ ਹਦਾਇਤਾਂ ਜਿਹੜੀਆਂ ਨੇ ਆਪਣੇ ਪ੍ਰੋਸਪੈਕਟਸ ਦੇ ਵਿੱਚ ਐਜੂਕੇਸ਼ਨ ਇੰਸਟੀਟਿਊਸ਼ਨ 'ਚ ਜਾਰੀ ਕਰੇ ਕਿ ਜੇਕਰ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਸਾਹਮਣੇ ਆਉਂਦੀ ਹੈ, ਮਿਸਐਡਵੈਂਚਰ ਸਾਹਮਣੇ ਆਉਂਦਾ, ਤਾਂ ਉਸ ਅਧਿਆਪਕ ਦੇ ਪ੍ਰਤੀ, ਜਾਂ ਜੇ ਉਹ ਅਧਿਆਪਕ ਨਹੀਂ ਵੀ ਹੈ, ਕੋਈ ਲੈਬ ਦਾ ਬੰਦਾ ਹੈਗਾ, ਕੋਈ ਟੈਕਨੀਸ਼ੀਅਨ ਹੈਗਾ ਜਾਂ ਕੋਈ ਨਾਨ ਟੀਚਿੰਗ ਦਾ ਬੰਦਾ ਹੈਗਾ, ਤਾਂ ਉਸ ਦੇ ਵਿਰੁੱਧ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ, ਤੇ ਉਹ ਕਾਰਵਾਈ ਜਿਹੜੀ ਆ ਬਰਖਾਸਤ ਪੱਧਰ ਤੱਕ ਦੀ ਵੀ ਹੋ ਸਕਦੀ ਹੈ। ਜਦੋਂ ਇਸ ਤਰ੍ਹਾਂ ਦੀਆਂ ਹਦਾਇਤਾਂ ਡਿਸਪਲੇਡ ਹੋਣਗੀਆਂ, ਨੰਬਰ ਦਿੱਤੇ ਹੋਏ ਹੋਣਗੇ ਕਿ ਤੁਸੀਂ ਬੱਚਿਆਂ ਨੂੰ ਇਸ ਨੰਬਰ ਦੇ ਉੱਤੇ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ, ਤਾਂ ਇਹ ਘੱਟੋ ਘੱਟ ਮਿਨੀਮਾਈਜ਼ ਕਰਨ ਦੇ ਲਈ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਇਹ ਚੀਜ਼ਾਂ ਸਹਾਈ ਹੋ ਸਕਦੀਆਂ ਨੇ। ਸੁਰਿੰਦਰ ਜੀ। ਪ੍ਰੋਫੈਸਰ ਸਾਹਿਬ, ਮੈਂ ਸ਼ੁਰੂਆਤ ਕਰਾਂਗਾ ਬ੍ਰਿਜਭੂਸ਼ਣ ਵਾਲੀ ਕੇਸ ਤੋਂ। ਉੱਥੇ ਵੀ ਇਹੀ ਮਾਮਲਾ ਸੀਗਾ। ਤੁਸੀਂ ਦੇਖੋ ਵੀ ਕਿਸ ਤਰੀਕੇ ਨਾਲ ਉਹ ਖਿਡਾਰਨਾਂ ਸਾਰੀਆਂ ਉੱਥੇ ਦਿੱਲੀ ਦੇ ਜੰਤਰ ਮੰਤਰ 'ਤੇ ਬੈਠੀਆਂ ਰਹੀਆਂ, ਧਰਨਾ ਚੱਲਦਾ ਰਿਹਾ, ਪਰ ਕੁਛ ਨਹੀਂ ਕੀਤਾ ਉਹਨਾਂ ਦੇ ਖਿਲਾਫ। ਆਖਰਕਾਰ ਫਿਰ ਤੁਸੀਂ ਦੇਖੋ ਕਿੰਨੇ ਮਹੀਨਿਆਂ ਬਾਅਦ ਤਾਂ FIR ਲਾਂਚ ਹੋਈ ਹੈ, ਫਿਰ ਉਹਨਾਂ ਦਾ ਨਾਮ, ਖੈਰ ਉੱਥੋਂ ਸ਼ੁਰੂਆਤ ਕੀਤੀ। ਇੱਕ ਪਾਸੇ ਉੱਧਰ, ਇੱਕ ਪਾਸੇ ਫਿਰ ਇਸ ਤੋਂ ਚਲੋ ਆਪਾਂ ਹੁਣ ਦੂਜਾ ਸੈਗਮੈਂਟ ਆ ਜਾਂਦਾ ਹੈ ਜਿੱਥੇ ਪ੍ਰੋਫੈਸਰ ਦੀ ਗੱਲ ਕਰੀਏ। ਇਹਦੇ ਖਿਲਾਫ ਇਹ ਵੀ ਮਹੀਨਾ ਹੋ ਗਿਆ ਇਸ ਗੱਲ ਨੂੰ, ਵਾਇਰਲ ਐਤਵਾਰ ਹੋਇਆ, ਅੱਕ ਕੇ ਵਾਇਰਲ ਕੀਤਾ ਉਹਨਾਂ ਨੇ। ਬਾਅਦ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹਦੇ ਤੋਂ ਸਾਰੇ ਕਲਾਸਾਂ ਵਾਪਸ ਲੈ ਲਿੱਤੀਆਂ ਗਈਆਂ, ਉਹਦਾ ਕਪੂਰਥਲੇ ਤਬਾਦਲਾ ਵੀ ਕਰ ਦਿੱਤਾ ਗਿਆ। ਇਹ ਹੋ ਗਿਆ ਦੂਜਾ ਕੇਸ। ਪਰ ਅਗਰ ਦੇਖਿਆ ਜਾਵੇ, ਮਤਲਬ ਕਰੈਕਟਰ ਬਦਲੇ ਨੇ। ਇੱਕ ਪਾਸੇ ਸੰਸਦ ਮੈਂਬਰ ਸੀ, ਇਹ ਪ੍ਰੋਫੈਸਰ ਸਾਹਿਬ ਆ ਗਏ। ਹੁਣ ਮੰਨ ਲਓ ਜਿਵੇਂ ਤੁਸੀਂ, ਅਗਰ ਇੱਥੇ ਲੈਬ ਟੈਕਨੀਸ਼ੀਅਨ ਕੋਈ ਹੁੰਦਾ, ਗੱਲ ਇਹੀ ਹੁੰਦੀ, ਜਿਨਸੀ ਸ਼ੋਸ਼ਣ ਹੀ ਹੋਇਆ ਹੁੰਦਾ, ਤੁਹਾਨੂੰ ਲੱਗਦਾ ਕਿ ਉਸ ਨਾਲ ਵੀ ਇਸੇ ਤਰੀਕੇ ਨਾਲ ਪੇਸ਼ ਆਂਦੀ, ਇਹ ਸਮਾਜ ਪੇਸ਼ ਆਂਦਾ, ਇਹ ਸਿਸਟਮ ਇਸੇ ਤਰੀਕੇ ਨਾਲ ਪੇਸ਼ ਆਂਦਾ? ਹੁਣ ਤੱਕ ਸ਼ਾਇਦ ਉਹਨੂੰ ਚੱਕ ਕੇ ਅੰਦਰ ਕੀਤਾ ਹੁੰਦਾ, ਸ਼ਾਇਦ ਮੀਡੀਆ ਟ੍ਰਾਇਲ ਵੀ ਅਸੀਂ ਕਰ ਚੁੱਕੇ ਹੁੰਦੇ। ਤਾਂ ਕਿਤੇ ਨਾ ਕਿਤੇ ਇਹ ਭੇਦਭਾਵ ਵੀ ਕਿਉਂ? ਜਦੋਂ ਗੁਨਾਹ ਇੱਕ ਹੈ ਤਾਂ ਫਿਰ ਸਜ਼ਾ ਅੱਡ ਕਿਉਂ? ਮੈਂ ਹਮੇਸ਼ਾ ਤੋਂ ਇਹ ਕਹਿੰਦਾ ਹਾਂ ਨਾ, ਸਜ਼ਾ ਹੀ ਨਹੀਂ ਜੀ, ਜਿਹੜਾ ਉਸ ਪ੍ਰਤੀ ਜਿਹੜੀ ਕੰਪਲੇਂਟ ਆ ਉਹਦਾ ਟ੍ਰੀਟਮੈਂਟ ਵੀ ਅਲੱਗ-ਅਲੱਗ ਆ। ਮੈਂ ਹਮੇਸ਼ਾ ਤੋਂ ਇਹ ਕਹਿੰਦਾ ਆਇਆ ਵੀ ਆਰਟੀਕਲ 14 ਜਿਹੜਾ ਹੈ ਉਹ ਸਭ ਤੋਂ ਫਰੀडम ਆਫ ਇੰਡੀਆ ਦੇ ਵਿੱਚ, ਇੰਡੀਪੈਂਡੈਂਸ ਆਫ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਸੌਗਾਤ ਸੀ ਸਾਡੇ ਕੋਲੇ, ਬਰਾਬਰੀ। ਪਰ ਇਹ ਬਰਾਬਰੀ ਜਿਹੜੀ ਹੈਗੀ ਹੈ ਨਾ, ਕਿਸੇ ਵੀ ਲੈਵਲ ਦੇ ਉੱਤੇ, ਵਿਵਹਾਰਕ ਪੱਧਰ ਦੇ ਉੱਤੇ ਦੇਖਣ ਨੂੰ ਨਹੀਂ ਮਿਲਦੀ। ਅਲੱਗ-ਅਲੱਗ ਬੰਦਿਆਂ ਦੇ ਨਾਲ ਅਲੱਗ-ਅਲੱਗ ਕਿਸਮ ਦਾ ਟ੍ਰੀਟਮੈਂਟ ਹੁੰਦਾ, ਅਲੱਗ-ਅਲੱਗ ਕਿਸਮ ਦੀ, ਕਿਸੇ ਤੇ FIR ਹੋਊਗੀ, ਕਿਸੇ ਦੇ ਨਾ ਹੋਊਗੀ, ਕਿਸੇ ਦੇ 6 ਮਹੀਨੇ ਬਾਅਦ ਹੋਈ, ਕਿਸੇ ਦੇ 3 ਮਹੀਨੇ ਬਾਅਦ ਹੋਈ। ਉਸ ਤੋਂ ਮਗਰੋਂ ਵਿਟਨੈਸਿਸ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਦਬਾਅ ਦੇ ਵਿੱਚ ਲਿਆਂਦਾ ਗਿਆ, ਤੇ ਵਿਟਨੈਸਿਸ ਜਿਹੜੀਆਂ ਰਿਕਿਊਜ਼ ਹੋ ਗਈਆਂ ਜਾਂ ਰਿਟਰੈਕਸ਼ਨ ਹੋ ਗਈ, ਉਹਨਾਂ ਦੀ ਕੇਸ ਕਮਜ਼ੋਰ ਹੋ ਗਿਆ, ਵਗੈਰਾ ਵਗੈਰਾ। ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਚੱਲਦੀਆਂ ਨੇ ਕਿ ਜਿਹੜੇ ਰਾਜਨੀਤਿਕ ਦਬਾਅ ਵਾਲੇ ਲੋਕ ਨੇ ਜਾਂ ਪੈਸੇ ਵਾਲੇ ਲੋਕ ਨੇ, ਉਹਨਾਂ ਦੇ ਪ੍ਰਤੀ ਕਾਨੂੰਨ ਦਾ ਰਵੱਈਆ ਵੱਖਰਾ ਹੈਗਾ, ਉਹਨਾਂ ਦੇ ਪ੍ਰਤੀ ਸਮਾਜ ਦਾ ਰਵੱਈਆ ਵੱਖਰਾ। ਸਮਾਜ ਦੇ ਲੋਕ ਖੁੱਲ੍ਹ ਕੇ ਗਵਾਹੀ ਦੇਣੇ ਨਹੀਂ ਆਉਂਦੇ। ਦੱਸੋ ਜੀ ਫਿਰ ਉਹਦਾ ਨਾਲ ਨਿਆਂ ਕਿਆ ਹੋਊਗਾ, ਇਨਸਾਫ ਕਿਆ ਹੋਊਗਾ? ਤੋ ਜਿਹੜਾ ਤੁਸੀਂ ਦਿੱਲੀ ਵਾਲੇ ਕੇਸ ਦੀ ਗੱਲ ਕਰਦੇ ਹੋ, ਉਸ ਕੇਸ ਦੇ ਵਿੱਚ ਤਾਂ ਕਾਫੀ ਚਿਰ ਦੇ ਲਟਕਾਅ ਤੋਂ ਬਾਅਦ, ਐਜੀਟੇਸ਼ਨ ਤੋਂ ਬਾਅਦ FIR ਹੋਈ ਸੀ। ਤੋ FIR ਤੋਂ ਬਾਅਦ ਹੁਣ ਉਹਨਾਂ ਨੇ ਕਈ ਧਾਰਾਵਾਂ ਉਹਦੇ ਵਿੱਚੋਂ ਮਾਈਨਸ ਕਰਕੇ ਬੜੀਆਂ ਛੋਟੀਆਂ ਜਿਹੀਆਂ ਧਾਰਾਵਾਂ ਦੇ ਵਿੱਚ ਕੇਸ ਲਗਾਇਆ ਗਿਆ। ਪਰ ਇਹ ਕੋਈ, ਜੇ ਤੁਸੀਂ ਇਸ ਲੜਾਈ ਨੂੰ ਲੜਨਾ ਵੀ ਹੋਵੇ ਨਾ, ਕੋਈ ਜ਼ਰੂਰੀ ਨਹੀਂ ਹੈ ਵੀ ਜੇ ਪੁਲਿਸ ਨੇ ਜਿਨ੍ਹਾਂ ਧਾਰਾਵਾਂ ਦੇ ਵਿੱਚ ਕੇਸ ਪੇਸ਼ ਕਰਤਾ ਜਾਂ FIR ਕਰਤੀ, ਉਹੀ ਧਾਰਾਵਾਂ ਲੱਗੀਆਂ ਰਹਿਣਗੀਆਂ। ਜਦੋਂ ਅੱਗੇ ਚਲਾਨ ਹੋਊਗਾ, ਪੇਸ਼ ਹੋਊਗਾ, ਫਰੇਮਿੰਗ ਆਫ ਚਾਰजेस ਹੋਣਗੇ, ਉੱਥੇ ਉਹ ਆਪਣਾ ਵਕੀਲ ਖੜਾ ਕਰਕੇ ਇਸ ਦੇ ਉੱਤੇ ਜਿਹੜਾ ਐਵੀਡੈਂਸ ਲੀਡ ਕਰ ਸਕਦੀਆਂ ਨੇ, ਤੇ ਹੋਰ ਧਾਰਾਵਾਂ ਐਡ ਵੀ ਹੋ ਸਕਦੀਆਂ। ਪਰ ਯੂਜੂਅਲੀ ਕੀ ਹੁੰਦਾ ਕਿ ਆਮ ਤੌਰ ਦੇ ਉੱਤੇ ਕਿ ਇੰਨੀ ਲੰਬੀ ਲੜਾਈ ਲੜਨੀ ਕਿਸੇ ਵੀ ਲੜਕੀ ਦੇ ਲਈ ਔਖੀ ਹੋ ਜਾਂਦੀ ਆ, ਕਿਉਂਕਿ ਲੜਾਈ ਲੰਬੀ ਚੱਲਦੀ ਆ, ਫਿਰ ਉਹਨਾਂ ਦੀ ਮੈਰਿਜਸ ਵਗੈਰਾ ਹੋ ਜਾਂਦੀਆਂ ਨੇ, ਫਿਰ ਉਹਨਾਂ ਨੂੰ ਕੰਟੀਨਿਊ ਕਰਨਾ ਔਖਾ ਹੋ ਜਾਂਦਾ, ਤੇ ਆਪਣੇ ਜਿਹੜੇ ਹਸਬੈਂਡ ਨੇ ਉਹਨਾਂ ਨੂੰ ਦੱਸਣਾ ਪਏਗਾ, ਉਹਨਾਂ ਨੂੰ ਕਾਨਫੀਡੈਂਸ 'ਚ ਲੈਣਾ ਪਏਗਾ। ਤੋਂ ਅਗਲੀਆਂ ਸਟੇਜਾਂ ਦੇ ਵਿੱਚ ਜਾ ਕੇ ਇਹਦੀਆਂ ਕਈ ਦੁਸ਼ਵਾਰੀਆਂ ਪੇਸ਼ ਆ ਜਾਂਦੀਆਂ ਨੇ। ਇਸ ਕਰਕੇ ਇਹ ਕੰਪਲੇਂਟਸ ਨਾਰਮਲੀ 90% ਜਿਹੜਾ ਹੈਗਾ ਉਹ ਰਾਹ ਦੇ ਵਿੱਚ ਹੀ ਦਮ ਤੋੜ ਜਾਂਦੀਆਂ ਨੇ। ਇਹੀ ਇੱਕ ਵਜ੍ਹਾ ਹੈ ਜਿਹਦੇ ਕਾਰਨ ਇਹ ਜਿਹੜੇ ਮਿਸਐਡਵੈਂਚਰਸ ਨੇ ਬਾਰ-ਬਾਰ ਜਿਹੜੇ ਆ ਰਿਪੀਟ ਹੁੰਦੇ ਆ, ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਹੁੰਦੇ ਆ, ਜਾਂ ਦੂਜੇ ਜਿਹੜੇ ਗੈਰ ਵਿਦਿਅਕ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਵੀ ਹੁੰਦੇ ਆ। ਤੋ ਮੁੱਖ ਤੌਰ ਦੇ ਉੱਤੇ ਮੈਂ ਤਾਂ ਇਹ ਸਮਝਦਾ ਕਿ ਜਿਹੜਾ ਮੇਲ ਕਾਊਂਟਰ ਪਾਰਟ ਹੈਗਾ, ਉਹਨਾਂ ਨੂੰ ਆਪਣੀ ਥਿੰਕਿੰਗ ਜਿਹੜੀ ਹੈਗੀ ਆ, ਜਾਂ ਆਪਣਾ
ਜਿਹੜਾ ਫਰੇਮਵਰਕ ਆਫ ਮਾਈਂਡ ਜਿਹੜਾ ਹੈਗਾ ਜਾਂ ਆਪਣੇ ਕੁਲੀਗਸ ਦੇ ਪ੍ਰਤੀ ਜਿਹੜਾ ਐਟੀਟਿਊਡ ਹੈਗਾ ਉਸ ਨੂੰ ਬਹੁਤ ਰਿਵਾਈਜ਼ ਕਰਨ ਦੀ ਲੋੜ ਆ, ਸਿਵਲਾਈਜ਼ਡ ਕਰਨ ਦੀ ਲੋੜ ਆ। ਔਰ ਜਿਹੜਾ ਸਾਡੇ ਸਟੂਡੈਂਟਸ ਦੇ ਪ੍ਰਤੀ ਐਟੀਟਿਊਡ ਹੈਗਾ, ਦੇ ਆਰ ਚਿਲਡਰਨਸ, ਇਸ ਕਰਕੇ ਉਹ ਵੀ ਸਾਨੂੰ ਰਿਵਾਈਜ਼ ਕਰਨ ਦੀ ਲੋੜ ਆ, ਸਿਵਲਾਈਜ਼ਡ ਕਰਨ ਦੀ ਲੋੜ ਆ। ਤਾਂ ਹੀ ਆਉਣ ਵਾਲੇ ਸਮਿਆਂ ਦੇ ਵਿੱਚ ਇਹਦੀ ਕੋਈ ਉਮੀਦ ਕੀਤੀ ਜਾ ਸਕਦੀ ਹੈ। ਤੇ ਪੋਲੀਟੀਸ਼ੀਅਨ ਜਿਹੜੇ ਹੈਗੇ ਉਹ ਇੱਕ ਮਾਡਲ ਹੋਣ ਸਾਡੇ ਸਮਾਜ ਦੇ ਨੁਮਾਇੰਦਿਆਂ ਦਾ ਕਿ ਹੀਅਰ ਇਜ਼ ਦੀ ਪਰਸਨ ਹੂ ਹੈਜ਼ ਦੀ ਮੋਰਲ ਹਾਈ ਮੋਰਲ ਕਰੈਕਟਰ ਐਂਡ ਪਰਸਨੈਲਿਟੀ। ਉਹ ਸਾਡੇ ਲਈ ਇੱਕ ਚਾਨਣ ਮੁਨਾਰਾ ਹੋਣ ਸਮਾਜ ਦੇ ਲਈ। ਤਾਂ ਫਿਰ ਰਲ ਮਿਲ ਕੇ ਇਹ ਚੀਜ਼ਾਂ ਜਿਹੜੀਆਂ ਨੇ ਕਿਸੇ ਨੋਰਮਲੇਸੀ ਦੇ ਵਿੱਚ ਆਉਣਗੀਆਂ। ਪਰ ਅਸੀਂ ਤਾਂ ਬਹੁਤ ਹੀ ਬਾਰਬਰਿਕ ਸਟੇਜ ਦੇ ਵਿੱਚੋਂ ਦੀ ਲੰਘ ਰਹੇ ਹਾਂ, ਜਿਸ ਤਰ੍ਹਾਂ ਮਣੀਪੁਰ ਦੇ ਵਿੱਚ ਦੇਖਿਆ। ਤਾਂ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਜਿਹੜਾ ਜੈਂਡਰ ਬਾਇਸ ਆ, ਇਸ ਦੇ ਪ੍ਰਤੀ ਤਾਂ ਸਾਡੀਆਂ ਸੰਸਥਾਵਾਂ ਨੂੰ, ਸਾਡੇ ਕਾਨੂੰਨ ਦੇ ਜਿਹੜੇ ਅਦਾਰੇ ਹੈਗੇ ਆ, ਮੰਦਰ ਹੈਗੇ ਆ, ਉਹਨਾਂ ਨੂੰ ਬਹੁਤ ਹੀ ਜਿਹੜੀ ਤੀਖਣਤਾ ਦੇ ਨਾਲ ਇਹਨਾਂ ਚੀਜ਼ਾਂ ਨੂੰ ਦੇਖਣ ਦੀ ਲੋੜ ਆ। ਜਲਦੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਦੇਖਿਆ ਵੀ ਹੈ, ਆਮ ਤੌਰ ਦੇ ਉੱਤੇ ਬਹੁਤ ਸਾਰੇ ਕੇਸਾਂ ਦੇ ਵਿੱਚ ਕਿ ਬੇਲ ਬਹੁਤ ਘੱਟ ਦਿੱਤੀ ਜਾਂਦੀ ਹੈ, ਰੇਅਰ ਸਰਕਮਸਟੈਂਸਿਸ ਦੀ ਬੇਲ ਮਿਲਦੀ ਹੈ। ਤੋ ਸਾਡੇ ਜਿਹੜੇ ਇਸ ਤਰ੍ਹਾਂ ਦੇ ਫਿਰ ਵੂਮਨ ਜੱਜਿਸ, ਨਾਰਮਲੀ ਵੂਮਨ ਜੱਜਿਸ ਜਿਹੜੇ ਆ ਉਹਨਾਂ ਨੂੰ ਕੇਸ ਇਹਨਾਂ ਦੇ ਹੁੰਦੇ ਆ ਰੈਫਰ। ਤੋ ਆਪਣੇ ਵੱਲੋਂ ਤਾਂ ਜਿਹੜੇ ਸੰਸਥਾਵਾਂ ਨੇ ਜਾਂ ਸਰਕਾਰਾਂ ਨੇ ਕਾਫੀ ਯਤਨ ਕਰਦੀਆਂ ਨੇ, ਪਰ ਫਿਰ ਵੀ ਸਮਾਜ ਵੱਲੋਂ ਵੀ ਇਸ ਦੇ ਵਿੱਚ ਬਹੁਤ ਸਾਰੇ ਯਤਨਾਂ ਦੀ ਲੋੜ ਆ ਤਾਂ ਕਿ ਅਸੀਂ ਬਹੁਤ ਹੀ ਸੁੰਦਰ ਔਰ ਸਵੱਛ ਸਮਾਜ ਦੇ ਤੌਰ ਦੇ ਉੱਤੇ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਹੈ ਉਹ ਪਹੁੰਚ ਸਕੀਏ। ਔਰ ਸਾਡੀਆਂ ਜਿਹੜੀਆਂ ਮਹਿਲਾਵਾਂ ਨੇ ਜਾਂ ਲੜਕੀਆਂ ਨੇ, ਇਹ ਬਿਨਾਂ ਕਿਸੇ ਡਰ ਭੈ ਦੇ ਥਰੂ ਆਊਟ ਨਾਈਟ ਕਿਤੇ ਵੀ ਘੁੰਮ ਸਕਦੀਆਂ। ਹੁਣ ਉਹਨਾਂ ਨੂੰ ਕੋਈ ਡਰ ਭੈ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਦੇ ਤੰਦਰੁਸਤ ਸਮਾਜ ਵੱਲ ਨੂੰ ਅਸੀਂ ਵਧੀਏ, ਤਾਂ ਹੀ ਜਿਹੜਾ ਹੈਗਾ ਅਸੀਂ ਜਿਹੜੀਆਂ ਵਿਕਸਿਤ ਦੇਸ਼ ਨੇ ਉਹਨਾਂ ਦੇ ਨਾਲ ਕੋਈ ਕੰਟੈਸਟ ਕਰਨ ਦੀ ਗੱਲ ਸੋਚ ਸਕਦੇ ਹਾਂ। ਇਕੱਲਾ ਆਰਥਿਕ ਕੰਟੈਸਟ ਨਹੀਂ ਹੁੰਦਾ, ਸਮਾਜਿਕ ਵੀ ਹੁੰਦਾ। ਤੋ ਇਹ ਚੀਜ਼ਾਂ ਸਮਾਜਿਕ ਸਰੋਕਾਰਾਂ ਦੇ ਨਾਲ ਜੁੜੀਆਂ ਹੋਈਆਂ। ਸੁਰਿੰਦਰ ਜੀ, ਬਿਲਕੁਲ। ਪ੍ਰੋਫੈਸਰ ਸਾਹਿਬ, ਤੁਸੀਂ ਮੇਰੇ ਨਾਲ ਜੁੜੇ ਤੇ ਆਪਦਾ ਕੀਮਤੀ ਸਮਾਂ ਦਿੱਤਾ ਤੇ ਆਪਦੀ ਬੇਬਾਕ ਰਾਏ ਰੱਖੀ। ਬਹੁਤ ਧੰਨਵਾਦ ਮੇਰੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਤੇ ਅਸੀਂ ਪ੍ਰੋਫੈਸਰ ਜਗਮੋਹਨ ਸਿੰਘ ਜੀ ਤੇ ਅਸੀਂ ਉਹਨਾਂ ਦਾ ਨਜ਼ਰੀਆ ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਪਿੰਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।